ਸਾਹਿਤਕ ਸਫ਼ਰ ਪੰਜਾਬੀ ਆਡੀਓ ਬੁੱਕ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਜਿਸ ਕਿਤਾਬ ਦੀ ਆਡੀਓ ਬੁੱਕ ਲੈ ਕੇ ਹਾਜ਼ਰ ਹੋਏ ਹਾਂ ਉਸ ਦਾ ਨਾਮ ਹੈ ਰਹੱਸ ਦਾ ਸੀਕ੍ਰੇਟ ਭਾਗ ਪਹਿਲਾ। ਰਹੱਸ ਪ੍ਰਗਟ ਹੁੰਦਾ ਹੈ। ਬੌਬ ਪ੍ਰੋਕਟਰ, ਦਾਰਸ਼ਨਿਕ ਲੇਖਕ ਅਤੇ ਵਿਅਕਤੀਗਤ ਮਾਰਗਦਰਸ਼ਕ। ਰਹੱਸ ਨਾਲ ਤੁਹਾਨੂੰ ਆਪਣੀ ਹਰ ਮਨਚਾਹੀ ਚੀਜ਼ ਮਿਲ ਜਾਂਦੀ ਹੈ, ਖੁਸ਼ੀ, ਸਿਹਤ ਅਤੇ ਦੌਲਤ। ਡਾਕਟਰ ਜੋਏ ਵਿਟਾਲ, ਮੈਟਾਫਿਜ਼ੀਅਨ, ਮਾਰਕੀਟਿੰਗ ਵਿਸ਼ੇਸ਼ज्ञ ਅਤੇ ਲੇਖਕ। ਤੁਸੀਂ ਜੋ ਚਾਹੋ ਪਾ ਸਕਦੇ ਹੋ, ਕਰ ਸਕਦੇ ਹੋ ਜਾਂ ਬਣ ਸਕਦੇ ਹੋ। ਜੌਨ ਅਸਾਰਫ, ਉਦਮੀ ਅਤੇ ਕਮਾਈ ਵਿਸ਼ੇਸ਼ज्ञ। ਅਸੀਂ ਜਿਸ ਚੀਜ਼ ਨੂੰ ਪਾਉਣ ਦੀ ਚੋਣ ਕਰੀਏ ਉਸ ਨੂੰ ਪਾ ਸਕਦੇ ਹਾਂ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹ ਚੀਜ਼ ਕਿੰਨੀ ਵੱਡੀ ਹੈ। ਤੁਸੀਂ ਕਿਸ ਤਰ੍ਹਾਂ ਦੇ ਮਕਾਨ ਵਿੱਚ ਰਹਿਣਾ ਚਾਹੁੰਦੇ ਹੋ? ਕੀ ਤੁਸੀਂ ਕਰੋੜਪਤੀ ਬਣਨਾ ਚਾਹੁੰਦੇ ਹੋ? ਤੁਸੀਂ ਕਿਸ ਤਰ੍ਹਾਂ ਦਾ ਬਿਜ਼ਨਸ ਬਣਾਉਣਾ ਚਾਹੁੰਦੇ ਹੋ? ਕੀ ਤੁਸੀਂ ਜ਼ਿਆਦਾ ਸਫਲਤਾ ਚਾਹੁੰਦੇ ਹੋ? ਅਹਿਮ ਸਵਾਲ ਇਹ ਹੈ ਕਿ ਤੁਸੀਂ ਸੱਚਮੁੱਚ ਕੀ ਚਾਹੁੰਦੇ ਹੋ। ਡਾਕਟਰ ਜੌਨ ਡਿਮਾਰਟਿਨੀ, ਦਾਰਸ਼ਨਿਕ, ਉਪਚਾਰਕ ਅਤੇ ਵਿਅਕਤੀਗਤ ਕਾਇਆ-ਕਲਪ ਵਿਸ਼ੇਸ਼ज्ञ। ਇਹ ਜੀਵਨ ਦਾ ਮਹਾਨ ਰਹੱਸ ਹੈ। ਡਾਕਟਰ ਡੈਨਿਸ ਵੇਟਲੀ, ਮਨੋਵਿਗਿਆਨੀ ਅਤੇ ਮਾਨਸਿਕ ਸਮਰੱਥਾ ਟ੍ਰੇਨਰ। ਅਤੀਤ ਦੇ ਜਿਨ੍ਹਾਂ ਲੀਡਰਜ਼ ਦੇ ਕੋਲ ਰਹੱਸ ਸੀ, ਉਹ ਇਸ ਦੀ ਸ਼ਕਤੀ ਦਾ ਗਿਆਨ ਆਪਣੇ ਤੱਕ ਹੀ ਸੀਮਿਤ ਰੱਖਣਾ ਚਾਹੁੰਦੇ ਸਨ ਅਤੇ ਦੂਜਿਆਂ ਨੂੰ ਨਹੀਂ ਦੱਸਣਾ ਚਾਹੁੰਦੇ ਸਨ। ਉਹਨਾਂ ਨੇ ਇਹ ਰਹੱਸ ਲੋਕਾਂ ਨੂੰ ਨਹੀਂ ਦੱਸਿਆ। ਆਮ ਲੋਕੀ ਕੰਮ ਧੰਦਿਆਂ 'ਤੇ ਜਿਉਂਦੇ ਸਨ, ਸਾਰਾ ਦਿਨ ਕੰਮ ਕਰਦੇ ਸੀ ਅਤੇ ਸ਼ਾਮੀ ਘਰ ਮੁੜ ਆਉਂਦੇ ਸਨ। ਉਹਨਾਂ ਦੀ ਜ਼ਿੰਦਗੀ ਇਸੇ ਚੱਕੀ 'ਤੇ ਚੱਲਦੀ ਸੀ ਅਤੇ ਉਹਨਾਂ ਕੋਲ ਜਰਾ ਜਿਹੀ ਵੀ ਸ਼ਕਤੀ ਨਹੀਂ ਸੀ, ਕਿਉਂਕਿ ਰਹੱਸ ਸਿਰਫ ਕੁਝ ਕੁ ਲੋਕਾਂ ਨੂੰ ਹੀ ਪਤਾ ਸੀ। ਇਤਿਹਾਸ 'ਚ ਬਹੁਤ ਸਾਰੇ ਲੋਕਾਂ ਦੇ ਮਨਾਂ 'ਚ ਰਹੱਸ ਦਾ ਗਿਆਨ ਹਾਸਿਲ ਕਰਨ ਦੀ ਇੱਛਾ ਜਾਗਰਿਤ ਹੋਈ ਅਤੇ ਕਈ ਜਾਣਕਾਰਾਂ ਨੇ ਤਾਂ ਦੂਜਿਆਂ ਤੱਕ ਉਸ ਗਿਆਨ ਨੂੰ ਪਹੁੰਚਾਉਣ ਦਾ ਤਰੀਕਾ ਲੱਭਣ ਦੀ ਵੀ ਕੋਸ਼ਿਸ਼ ਕੀਤੀ। ਮਾਈਕਲ ਬਰਨਾਰਡ ਬੈਕਵਿਥ, ਭਵਿੱਖਦ੍ਰਿਸ਼ਟਾ ਅਤੇ ਅਗੇਪ ਇੰਟਰਨੈਸ਼ਨਲ ਸਪਿਰਿਚੁਅਲ ਸੈਂਟਰ ਦੇ ਸੰਸਥਾਪਕ। ਮੈਂ ਲੋਕਾਂ ਦੇ ਜੀਵਨ 'ਚ ਕਈ ਚਮਤਕਾਰ ਹੁੰਦੇ ਦੇਖੇ ਹਨ। ਵਿੱਤੀ ਚਮਤਕਾਰ, ਸਰੀਰਕ ਉਪਚਾਰ ਦੇ ਚਮਤਕਾਰ, ਮਾਨਸਿਕ ਉਪਚਾਰ ਅਤੇ ਸੰਬੰਧਾਂ ਦੇ ਉਪਚਾਰ ਦੇ ਚਮਤਕਾਰ। ਜੈਕ ਕੈਨਫੀਲਡ, ਲੇਖਕ, ਸਿੱਖਿਅਕ, ਜੀਵਨ ਮਾਰਗਦਰਸ਼ਕ ਅਤੇ ਪ੍ਰੇਰਕ। ਇਹ ਸਾਰਾ ਕੁਝ ਇਸ ਲਈ ਹੋਇਆ ਕਿਉਂਕਿ ਮੈਂ ਇਹ ਜਾਣ ਲਿਆ ਕਿ ਰਹੱਸ 'ਤੇ ਅਮਲ ਕਿਵੇਂ ਕਰਨਾ ਹੈ। ਰਹੱਸ ਕੀ ਹੈ? ਬੌਬ ਪ੍ਰੋਕਟਰ। ਤੁਸੀਂ ਸ਼ਾਇਦ ਇਹ ਸੋਚ ਕੇ ਹੈਰਾਨ ਹੋ ਰਹੇ ਹੋਵੋਗੇ, ਆਖਿਰ ਇਹ ਰਹੱਸ ਹੈ ਕੀ? ਮੈਂ ਤੁਹਾਨੂੰ ਦੱਸਦਾ ਹਾਂ ਕਿ ਮੇਰੇ ਹਿਸਾਬ ਨਾਲ ਇਸ ਦਾ ਕੀ ਮਤਲਬ ਹੈ। ਅਸੀਂ ਸਾਰੇ ਇਸ ਹੀ ਅਸੀਮਤ ਸ਼ਕਤੀ ਨਾਲ ਕੰਮ ਕਰਦੇ ਹਾਂ। ਇੱਕੋ ਜਿਹੇ ਨਿਯਮ ਸਾਡਾ ਮਾਰਗਦਰਸ਼ਨ ਕਰਦੇ ਹਨ। ਬ੍ਰਹਿਮੰਡ ਦੇ ਕੁਦਰਤ ਦੇ ਨਿਯਮ ਇੰਨੇ ਦਰੁਸਤ ਹਨ ਕਿ ਸਾਨੂੰ ਸਪੇਸਸ਼ਿਪ ਬਣਾਉਣ 'ਚ ਜਰਾ ਵੀ ਮੁਸ਼ਕਿਲ ਨਹੀਂ ਆਉਂਦੀ। ਅਸੀਂ ਲੋਕਾਂ ਨੂੰ ਚੰਨ 'ਤੇ ਭੇਜ ਸਕਦੇ ਹਾਂ ਅਤੇ ਸਪੇਸਸ਼ਿਪ ਦੇ ਉਤਰਨ ਦੇ ਪਲ ਨੂੰ ਸਕਿੰਟਾਂ ਨਾਲ ਕੰਟਰੋਲ ਕਰ ਸਕਦੇ ਹਾਂ। ਤੁਸੀਂ ਭਾਰਤ, ਆਸਟ੍ਰੇਲੀਆ, ਨਿਊਜ਼ੀਲੈਂਡ, ਸਟਾਕਹੋਮ, ਲੰਡਨ, ਟੋਰਾਂਟੋ, ਮਾਂਟਰੀਅਲ, ਨਿਊਯਾਰਕ ਜਾਂ ਚਾਹੇ ਜਿੱਥੇ ਵੀ ਰਹਿੰਦੇ ਹੋ, ਅਸੀਂ ਸਾਰੇ ਇੱਕੋ ਹੀ ਸ਼ਕਤੀ, ਇੱਕੋ ਹੀ ਨਿਯਮ ਨਾਲ ਕੰਮ ਕਰਦੇ ਹਾਂ। ਉਸ ਦਾ ਨਾਂ ਆਕਰਸ਼ਣ ਹੈ। ਰਹੱਸ ਆਕਰਸ਼ਣ ਦਾ ਨਿਯਮ ਹੈ। ਤੁਹਾਡੇ ਜੀਵਨ 'ਚ ਜਿਹੜੀਆਂ ਵੀ ਚੀਜ਼ਾਂ ਆ ਰਹੀਆਂ ਹਨ, ਉਹਨਾਂ ਨੂੰ ਤੁਸੀਂ ਆਪਣੇ ਜੀਵਨ 'ਚ ਆਕਰਸ਼ਿਤ ਕਰ ਰਹੇ ਹੋ ਅਤੇ ਉਹ ਉਹਨਾਂ ਤਸਵੀਰਾਂ ਰਾਹੀਂ ਤੁਹਾਡੇ ਵੱਲ ਆਕਰਸ਼ਿਤ ਹੋ ਰਹੀਆਂ ਹਨ ਜਿਹੜੀਆਂ ਤੁਹਾਡੇ ਦਿਮਾਗ ਵਿੱਚ ਹਨ। ਭਾਵ ਜੋ ਤੁਸੀਂ ਸੋਚ ਰਹੇ ਹੋ। ਤੁਹਾਡੇ ਮਸਤਿਸ਼ਕ ਵਿੱਚ ਜੋ ਕੁਝ ਵੀ ਚੱਲ ਰਿਹਾ ਹੈ ਉਸ ਨੂੰ ਤੁਸੀਂ ਆਪਣੇ ਵੱਲ ਆਕਰਸ਼ਿਤ ਕਰ ਰਹੇ ਹੋ। ਤੁਹਾਡਾ ਹਰ ਵਿਚਾਰ ਇੱਕ ਵਾਸਤਵਿਕ ਵਸਤ, ਇੱਕ ਸ਼ਕਤੀ ਹੈ। ਦੁਨੀਆ ਦੇ ਮਹਾਨਤਮ ਸਿੱਖਿਅਕਾਂ ਨੇ ਸਾਨੂੰ ਦੱਸਿਆ ਹੈ ਕਿ ਆਕਰਸ਼ਣ ਦਾ ਨਿਯਮ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਨਿਯਮ ਹੈ। ਵਿਲੀਅਮ ਸ਼ੇਕਸਪੀਅਰ, ਰੌਬਰਟ ਬਿਊਨਿੰਗ ਅਤੇ ਵਿਲੀਅਮ ਬਲੈਕ ਨੇ ਇਸ ਨੂੰ ਆਪਣੀ ਕਵਿਤਾ 'ਚ ਸਿੱਖਿਆ ਹੈ। ਲੂਡਵਿਗ ਵੈਨ ਬੀਥੋਵਨ ਵਰਗੇ ਸੰਗੀਤਕਾਰਾਂ ਨੇ ਇਸ ਨੂੰ ਆਪਣੇ ਸੰਗੀਤ ਵਿੱਚ ਵਿਅਕਤ ਕੀਤਾ ਹੈ। ਲਿਓਨਾਰਡੋ ਦਾ ਵਿੰਚੀ ਨੇ ਇਸ ਨੂੰ ਆਪਣੀ ਪੇਂਟਿੰਗ ਵਿੱਚ ਉਕੇਰਿਆ ਹੈ। ਸੁਕਰਾਤ, ਪਲੇਟੋ, ਰੈਲਫ ਵਾਲਡੋ ਇਮਰਸਨ, ਪਾਇਥਾਗੋਰਸ, ਸਰ ਫਰਾਂਸਿਸ ਬੇਕਨ, ਸਰ ਆਈਜ਼ੈਕ ਨਿਊਟਨ ਅਤੇ ਵਿਕਟਰ ਹਿਊਗੋ ਨੇ ਇਸ ਨੂੰ ਆਪਣੀ ਲੇਖਣੀ ਅਤੇ ਦਰਸ਼ਨ 'ਚ ਵਿਅਕਤ ਕੀਤਾ ਹੈ। ਇਸੇ ਕਰਕੇ ਉਹਨਾਂ ਦੇ ਨਾਂ
ਅਮਰ ਅਤੇ ਉਹਨਾਂ ਦੀ ਮਹਾਨਤਾ ਸਦੀਆਂ ਬਾਅਦ ਵੀ ਕਾਇਮ ਹੈ। ਇਹ ਰਹੱਸ ਹਿੰਦੂ ਧਰਮ, ਹੈਰਮੈਟਿਕ ਪਰੰਪਰਾਵਾਂ, ਬੌਧ ਧਰਮ, ਯਹੂਦੀ ਧਰਮ, ਈਸਾਈ ਧਰਮ ਅਤੇ ਇਸਲਾਮ 'ਚ ਮੌਜੂਦ ਹਨ। ਇਹ ਬੈਬੀਲੋਨ ਅਤੇ ਮਿਸਰ ਦੀ ਪ੍ਰਾਚੀਨ ਸਭਿਅਤਾ ਦੀ ਲੇਖਣੀ ਅਤੇ ਕਹਾਣੀਆਂ 'ਚ ਦਰਸਾਇਆ ਗਿਆ ਹੈ। ਇਹ ਨਿਯਮ ਯੁੱਗਾਂ ਯੁੱਗਾਂ ਤੋਂ ਕਈ ਰੂਪਾਂ 'ਚ ਵਿਅਕਤ ਹੁੰਦਾ ਆ ਰਿਹਾ ਹੈ ਅਤੇ ਇਸ ਨੂੰ ਸਦੀਆਂ ਪੁਰਾਣੇ ਪ੍ਰਾਚੀਨ ਗ੍ਰੰਥਾਂ 'ਚ ਪੜ੍ਹਿਆ ਜਾ ਸਕਦਾ ਹੈ। ਇਸ ਨੂੰ 3000 ਈਸਾ ਪੂਰਵ 'ਚ ਪੱਥਰਾਂ 'ਤੇ ਉਕੇਰਿਆ ਗਿਆ ਸੀ। ਹਾਲਾਂਕਿ ਕੁਝ ਲੋਕਾਂ ਇਸ ਰਹੱਸ ਦੇ ਗਿਆਨ ਨੂੰ ਹਾਸਿਲ ਕਰਨਾ ਚਾਹੁੰਦੇ ਸਨ ਅਤੇ ਉਹਨਾਂ ਨੇ ਇਸ ਨੂੰ ਸੱਚਮੁੱਚ ਹਾਸਿਲ ਵੀ ਕਰ ਲਿਆ, ਲੇਕਿਨ ਇਹ ਹਮੇਸ਼ਾ ਤੋਂ ਮੌਜੂਦ ਸੀ ਅਤੇ ਕੋਈ ਵੀ ਇਸ ਨੂੰ ਲੱਭ ਸਕਦਾ ਸੀ। ਨਿਯਮ ਜਾਂ ਕਾਨੂੰਨ ਸਮੇਂ ਦੇ ਨਾਲ ਹੀ ਸ਼ੁਰੂ ਹੋ ਗਿਆ ਸੀ। ਇਸ ਦੀ ਹੋਂਦ ਹਮੇਸ਼ਾ ਤੋਂ ਸੀ ਅਤੇ ਹਮੇਸ਼ਾ ਰਹੇਗੀ ਵੀ। ਇਹੀ ਨਿਯਮ ਬ੍ਰਹਿਮੰਡ ਦੀ ਸਮੁੱਚੀ ਵਿਵਸਥਾ, ਤੁਹਾਡੇ ਜੀਵਨ ਦੇ ਹਰ ਪਲ ਅਤੇ ਤੁਹਾਡੇ ਜੀਵਨ ਦੇ ਹਰ ਅਨੁਭਵ ਨੂੰ ਨਿਸ਼ਚਿਤ ਕਰਦਾ ਹੈ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕੌਣ ਹੋ ਜਾਂ ਤੁਸੀਂ ਕਿੱਥੋਂ ਹੋ। ਆਕਰਸ਼ਣ ਦਾ ਨਿਯਮ ਤੁਹਾਡੇ ਸਮੁੱਚੇ ਜੀਵਨ ਦੇ ਅਨੁਭਵਾਂ ਨੂੰ ਆਕਾਰ ਦੇ ਰਿਹਾ ਹੈ। ਇਹ ਸਭ ਤੋਂ ਪ੍ਰਬਲ ਨਿਯਮ ਤੁਹਾਡੇ ਵਿਚਾਰਾਂ ਰਾਹੀਂ ਇੰਜ ਕਰਦਾ ਹੈ। ਤੁਸੀਂ ਆਪਣੇ ਵਿਚਾਰਾਂ ਤੋਂ ਆਕਰਸ਼ਣ ਦੇ ਇਸ ਨਿਯਮ ਨੂੰ ਅਮਲ 'ਚ ਲਿਆਉਂਦੇ ਹੋ। 1912 ਵਿੱਚ ਚਾਰਲਸ ਹਨੇਲ ਨੇ ਆਕਰਸ਼ਣ ਦੇ ਇਸ ਨਿਯਮ ਦਾ ਵਰਣਨ ਕਰਦਿਆਂ ਕਿਹਾ ਸੀ, ਇਹ ਸਭ ਤੋਂ ਮਹਾਨ ਅਤੇ ਸਭ ਤੋਂ ਅਚੂਕ ਨਿਯਮ ਹੈ ਜਿਸ 'ਤੇ ਸਿਰਜਣਾ ਦਾ ਸਮੁੱਚਾ ਤੰਤਰ ਨਿਰਭਰ ਕਰਦਾ ਹੈ। ਬੌਬ ਪ੍ਰੋਕਟਰ। ਹਰ ਯੁੱਗ ਦੇ ਬੁੱਧੀਮਾਨ ਲੋਕਾਂ ਨੂੰ ਇਸ ਨਿਯਮ ਦਾ ਗਿਆਨ ਸੀ। ਤੁਸੀਂ ਇਸ ਨੂੰ ਪ੍ਰਾਚੀਨ ਬੈਬੀਲੋਨੀਆ ਦੀ ਸੰਸਕ੍ਰਿਤੀ ਵਿੱਚ ਵੀ ਦੇਖ ਸਕਦੇ ਹੋ। ਉਹਨਾਂ ਨੂੰ ਇਸ ਦਾ ਗਿਆਨ ਸੀ, ਹਾਲਾਂਕਿ ਇਹ ਗਿਆਨ ਬਹੁਤ ਘੱਟ ਲੋਕਾਂ ਦੇ ਚੋਣਵੇਂ ਸਮੂਹ ਤੱਕ ਹੀ ਸੀਮਿਤ ਸੀ। ਇਤਿਹਾਸਕਾਰ ਪ੍ਰਾਚੀਨ ਬੈਬੀਲੋਨ ਸੰਸਕ੍ਰਿਤੀ ਦੀ ਮਹਾਨ ਉਪਲਬਧੀਆਂ ਅਤੇ ਪ੍ਰਚੁਰ ਸਮਰਿੱਧੀ ਦਾ ਗੁਣਗਾਨ ਕਰਦੇ ਨਹੀਂ ਥੱਕਦੇ। ਵਿਸ਼ਵ ਦੇ 7 ਅਜੂਬਿਆਂ 'ਚੋਂ ਇੱਕ ਹੈਗਿਗ ਗਾਰਡਨਜ਼ ਇਸੇ ਸੰਸਕ੍ਰਿਤੀ ਦੀ ਦੇਣ ਸਨ। ਇਸ ਕੌਮ ਨੇ ਬ੍ਰਹਿਮੰਡ ਦੇ ਨਿਯਮਾਂ ਨੂੰ ਸਮਝਿਆ ਅਤੇ ਉਹਨਾਂ 'ਤੇ ਅਮਲ ਕੀਤਾ। ਇਸੇ ਕਰਕੇ ਇਹ ਇਤਿਹਾਸ ਦੀ ਸਭ ਤੋਂ ਦੌਲਤਮੰਦ ਕੌਮਾਂ 'ਚੋਂ ਇੱਕ ਬਣ ਗਈ। ਬੌਬ ਪ੍ਰੋਕਟਰ। ਕੀ ਤੁਸੀਂ ਜਾਣਦੇ ਹੋ ਕਿ ਸਿਰਫ 1% ਲੋਕ ਤਕਰੀਬਨ 96% ਧਨ ਕਮਾਉਂਦੇ ਹਨ? ਕੀ ਤੁਸੀਂ ਸੋਚਦੇ ਹੋ ਕਿ ਇਹ ਸਿਰਫ ਇੱਕ ਸਹਿਯੋਗ ਹੈ? ਇਹ ਤਾਂ ਪਹਿਲਾਂ ਤੋਂ ਹੀ ਨਿਰਧਾਰਿਤ ਹੈ। ਉਹਨਾਂ ਨੂੰ ਇੱਕ ਖਾਸ ਚੀਜ਼ ਦਾ ਗਿਆਨ ਹੈ। ਦਰਅਸਲ ਉਹਨਾਂ ਨੂੰ ਰਹੱਸ ਦਾ ਗਿਆਨ ਹੈ ਅਤੇ ਉਹੀ ਰਹੱਸ ਹੁਣ ਤੁਹਾਨੂੰ ਦੱਸਿਆ ਜਾ ਰਿਹਾ ਹੈ। ਇਹ ਰਹੱਸ ਦੇ ਪ੍ਰਯੋਗ ਨਾਲ ਲੋਕਾਂ ਨੇ ਆਪਣੇ ਜੀਵਨ ਵਿੱਚ ਦੌਲਤ ਨੂੰ ਆਕਰਸ਼ਿਤ ਕੀਤਾ, ਭਾਵੇਂ ਉਹਨਾਂ ਨੇ ਇਹ ਸੋਚ ਸਮਝ ਕੇ ਕੀਤਾ ਹੋਵੇ ਜਾਂ ਅਣਜਾਣੇ 'ਚ। ਉਹ ਬਹੁਤਾਤ ਅਤੇ ਦੌਲਤ ਦੇ ਵਿਚਾਰ ਸੋਚਦੇ ਹਨ। ਉਹ ਆਪਣੇ ਦਿਮਾਗ ਵਿੱਚ ਕਿਸੇ ਵਿਰੋਧੀ ਵਿਚਾਰ ਨੂੰ ਜੜ ਨਹੀਂ ਜਮਾਉਣ ਦਿੰਦੇ। ਉਹਨਾਂ ਦੇ ਸਭ ਤੋਂ ਪ੍ਰਬਲ ਵਿਚਾਰ ਦੌਲਤ ਬਾਰੇ ਹੀ ਹੁੰਦੇ ਹਨ। ਉਹ ਸਿਰਫ ਦੌਲਤ ਬਾਰੇ ਹੀ ਸੋਚਦੇ ਰਹਿੰਦੇ ਹਨ ਅਤੇ ਉਹਨਾਂ ਦੇ ਦਿਮਾਗ 'ਚ ਇਸ ਤੋਂ ਇਲਾਵਾ ਹੋਰ ਕੋਈ ਚੀਜ਼ ਨਹੀਂ ਹੁੰਦੀ। ਭਾਵੇਂ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋਵੇ ਜਾਂ ਨਾ, ਦੌਲਤ ਸੰਬੰਧੀ ਪ੍ਰਬਲ ਵਿਚਾਰਾਂ ਕਾਰਨ ਹੀ ਦੌਲਤ ਉਹਨਾਂ ਵੱਲ ਆਕਰਸ਼ਿਤ ਹੁੰਦੀਆਂ ਹਨ। ਇਹ ਅਮਲੀ ਆਕਰਸ਼ਣ ਦਾ ਨਿਯਮ ਹੈ। ਰਹੱਸ ਅਤੇ ਅਮਲੀ ਆਕਰਸ਼ਣ ਦੇ ਨਿਯਮ ਨੂੰ ਦੱਸਣ ਦਾ ਇੱਕ ਉੱਤਮ ਉਦਾਹਰਨ ਇਹ ਹੈ। ਤੁਸੀਂ ਇਹੋ ਜਿਹੇ ਲੋਕਾਂ ਨੂੰ ਜਾਣਦੇ ਹੋਵੋਗੇ ਜਿਨ੍ਹਾਂ ਨੇ ਬੜੀ ਸਾਰੀ ਦੌਲਤ ਹਾਸਿਲ ਕਰਕੇ ਗਵਾ ਦਿੱਤੀ, ਲੇਕਿਨ ਕੁਝ ਸਮੇਂ ਬਾਅਦ ਹੀ ਦੁਬਾਰਾ ਹਾਸਿਲ ਕਰ ਲਈ। ਇੰਜ ਕਿਵੇਂ ਹੋਇਆ? ਉਹਨਾਂ ਨੂੰ ਪਤਾ ਹੋਵੇ ਜਾਂ ਨਾ, ਲੇਕਿਨ ਹੋਇਆ ਇਹ ਸੀ ਕਿ ਕਿਉਂਕਿ ਪਹਿਲਾਂ ਉਹ ਦੌਲਤ ਬਾਰੇ ਬੜੀ ਪ੍ਰਬਲਤਾ ਨਾਲ ਸੋਚਦੇ ਸਨ, ਇਸ ਲਈ ਉਹ ਉਸ ਨੂੰ ਹਾਸਿਲ ਕਰਨ ਵਿੱਚ ਸਫਲ ਹੋਏ। ਫਿਰ ਉਹਨਾਂ ਨੇ ਦੌਲਤ ਗਵਾਉਣ ਦੇ ਡਰਾਉਣੇ ਵਿਚਾਰਾਂ ਨੂੰ ਆਪਣੇ ਦਿਮਾਗ 'ਚ ਆਉਣ ਦਿੱਤਾ ਜਦੋਂ ਤੱਕ ਉਹ ਪ੍ਰਬਲ ਨਹੀਂ ਬਣ ਗਏ। ਦੌਲਤ ਪਾਉਣ ਦੇ ਵਿਚਾਰਾਂ ਦਾ ਪਲੜਾ ਹਲਕਾ ਹੋ ਗਿਆ ਅਤੇ ਦੌਲਤ ਗਵਾਉਣ ਦੇ ਵਿਚਾਰਾਂ ਦਾ ਪਲੜਾ ਭਾਰੀ ਹੋ ਗਿਆ। ਇਸੇ ਕਾਰਨ ਉਹਨਾਂ ਨੇ ਦੌਲਤ ਗਵਾ ਦਿੱਤੀ। ਬਹਰਹਾਲ ਦੌਲਤ ਜਾਣ ਤੋਂ ਬਾਅਦ ਇਸ ਦੇ ਜਾਣ ਦਾ ਡਰ ਵੀ ਗਾਇਬ ਹੋ ਗਿਆ ਅਤੇ ਉਹਨਾਂ ਨੇ ਦੌਲਤ ਦੇ ਪ੍ਰਬਲ ਵਿਚਾਰਾਂ ਨਾਲ ਤੱਕੜੀ ਦੇ ਸਕਾਰਾਤਮਕ ਪੱਲੇ ਨੂੰ ਦੁਬਾਰਾ ਭਾਰੀ ਕਰ ਲਿਆ ਅਤੇ ਦੌਲਤ ਪਰਤ ਆਈ। ਆਕਰਸ਼ਣ ਦਾ ਨਿਯਮ ਤੁਹਾਡੇ ਵਿਚਾਰਾਂ 'ਤੇ ਪ੍ਰਤੀਕਿਰਿਆ ਕਰਦਾ ਹੈ, ਚਾਹੇ ਉਹ ਜਿਵੇਂ ਦੇ ਵੀ ਹੋਣ। ਸਮਾਨ ਚੀਜ਼ਾਂ ਨੂੰ ਆਕਰਸ਼ਿਤ ਕਰਦੀਆਂ ਹਨ। ਜੌਨ ਅਸੌਰਫ। ਆਕਰਸ਼ਣ ਦੇ ਨਿਯਮ 'ਤੇ ਅਮਲ ਕਰਨ ਦਾ ਮੇਰਾ ਸਭ ਤੋਂ ਸੌਖਾ ਤਰੀਕਾ ਇਹ ਹੈ ਕਿ ਮੈਂ ਆਪਣੇ ਆਪ ਨੂੰ ਚੁੰਬਕ ਮੰਨ ਲੈਂਦਾ ਹਾਂ ਅਤੇ ਇਹ ਜਾਣਦਾ ਹਾਂ ਕਿ ਦੂਜਾ ਚੁੰਬਕ ਮੇਰੇ ਵੱਲ ਆਕਰਸ਼ਿਤ ਹੋਵੇਗਾ। ਤੁਸੀਂ ਬ੍ਰਹਿਮੰਡ ਦੇ ਸਭ ਤੋਂ ਸ਼ਕਤੀਸ਼ਾਲੀ ਚੁੰਬਕ ਹੋ। ਤੁਹਾਡੇ 'ਚ ਇਹੋ ਜਿਹੀ ਚੁੰਬਕੀ ਸ਼ਕਤੀ ਹੈ ਜਿਹੜੀ ਦੁਨੀਆ ਦੀ ਕਿਸੇ ਵੀ ਚੀਜ਼ ਤੋਂ ਵੱਧ ਸ਼ਕਤੀਸ਼ਾਲੀ ਹੈ ਅਤੇ ਇਹ
ਅਥਾਹ ਚੁੰਬਕੀ ਸ਼ਕਤੀ ਤੁਹਾਡੇ ਵਿਚਾਰਾਂ ਨਾਲ ਨਿਕਲਦੀਆਂ ਹਨ। ਬੌਬ ਡੋਇਲ, ਲੇਖਕ ਅਤੇ ਆਕਰਸ਼ਣ ਦੇ ਨਿਯਮ ਦੇ ਮਾਹਰ। ਮੁੱਢਲੇ ਤੌਰ ਤੇ ਆਕਰਸ਼ਣ ਦਾ ਨਿਯਮ ਇਹ ਕਹਿੰਦਾ ਹੈ ਕਿ ਸਮਾਨ ਚੀਜ਼ਾਂ ਨੂੰ ਆਕਰਸ਼ਿਤ ਕਰਦੀਆਂ ਹਨ, ਭਾਵੇਂ ਅਸੀਂ ਵਾਕਈ ਵਿਚਾਰਾਂ ਦੇ ਇੱਕੋ ਹੀ ਸਤਰ ਤੇ ਗੱਲਾਂ ਕਰ ਰਹੇ ਹਾਂ। ਆਕਰਸ਼ਣ ਦਾ ਨਿਯਮ ਕਹਿੰਦਾ ਹੈ ਕਿ ਸਮਾਨ ਚੀਜ਼ਾਂ ਨੂੰ ਆਕਰਸ਼ਿਤ ਕਰਦੀਆਂ ਹਨ। ਇਸ ਦਾ ਮਤਲਬ ਇਹ ਹੈ ਕਿ ਜਦੋਂ ਤੁਸੀਂ ਕੋਈ ਵਿਚਾਰ ਸੋਚਦੇ ਹੋ ਤਾਂ ਉਸੇ ਵਰਗੇ ਹੋਰ ਵਿਚਾਰਾਂ ਨੂੰ ਵੀ ਆਪਣੇ ਵੱਲ ਆਕਰਸ਼ਿਤ ਕਰ ਰਹੇ ਹੁੰਦੇ ਹੋ। ਤੁਸੀਂ ਆਪਣੇ ਜੀਵਨ 'ਚ ਆਕਰਸ਼ਣ ਦੇ ਨਿਯਮ ਦੇ ਸੰਦਰਭ ਵਿੱਚ ਇਹ ਅਨੁਭਵ ਕੀਤਾ ਹੋਵੇਗਾ। ਤੁਸੀਂ ਕਦੇ ਕਿਸੇ ਇਹੋ ਜਿਹੀ ਚੀਜ਼ ਬਾਰੇ ਸੋਚਦੇ ਹੋਵੋ ਜਿਸ ਨਾਲ ਤੁਸੀਂ ਖੁਸ਼ ਨਹੀਂ ਸੀ। ਤੁਸੀਂ ਉਸ ਦੇ ਬਾਰੇ ਜਿੰਨਾ ਜ਼ਿਆਦਾ ਸੋਚਿਆ ਉਹ ਉਨੀ ਹੀ ਜ਼ਿਆਦਾ ਬਦਤਰ ਲੱਗਣ ਲੱਗੀ। ਇੰਜ ਇਸ ਲਈ ਹੋਇਆ ਕਿਉਂਕਿ ਜਦੋਂ ਤੁਸੀਂ ਲਗਾਤਾਰ ਇੱਕੋ ਹੀ ਵਿਚਾਰ ਸੋਚਦੇ ਹੋ ਤਾਂ ਆਕਰਸ਼ਣ ਦਾ ਨਿਯਮ ਤੁਰੰਤ ਉਸੇ ਵਰਗੇ ਦੂਜੇ ਵਿਚਾਰ ਤੁਹਾਡੇ ਵੱਲ ਲਿਆਉਣ ਲੱਗਦਾ ਹੈ। ਕੁਝ ਮਿੰਟਾਂ 'ਚ ਹੀ ਤੁਹਾਡੇ ਦਿਮਾਗ ਵਿੱਚ ਇੰਨੇ ਸਾਰੇ ਭੈੜੇ ਵਿਚਾਰ ਭਰ ਜਾਣਗੇ ਕਿ ਸਥਿਤੀ ਪਹਿਲਾਂ ਨਾਲੋਂ ਜ਼ਿਆਦਾ ਮਾੜੀ ਦਿਖਣ ਲੱਗੇਗੀ। ਤੁਸੀਂ ਇਸ ਬਾਰੇ ਜਿੰਨਾ ਜ਼ਿਆਦਾ ਸੋਚੋਗੇ ਉਨੇ ਹੀ ਜ਼ਿਆਦਾ ਪਰੇਸ਼ਾਨ ਹੋਵੋਗੇ। ਹੋ ਸਕਦਾ ਹੈ ਤੁਹਾਨੂੰ ਸਮਾਨ ਵਿਚਾਰਾਂ ਨੂੰ ਆਕਰਸ਼ਿਤ ਕਰਨ ਦਾ ਹੇਠ ਦਿੱਤਾ ਅਨੁਭਵ ਵੀ ਹੋਇਆ ਹੋਵੇ। ਹੋ ਸਕਦਾ ਹੈ ਕੋਈ ਗਾਣਾ ਸੁਣਨ ਤੋਂ ਬਾਅਦ ਤੁਸੀਂ ਉਸ ਨੂੰ ਆਪਣੇ ਦਿਮਾਗ ਤੋਂ ਬਾਹਰ ਨਹੀਂ ਕੱਢ ਪਾਏ ਹੋਵੋ। ਉਹ ਗਾਣਾ ਤੁਹਾਡੇ ਦਿਮਾਗ 'ਚ ਵਾਰ-ਵਾਰ ਵੱਜਦਾ ਰਿਹਾ ਹੋਵੇ। ਹੋ ਸਕਦਾ ਹੈ ਤੁਹਾਨੂੰ ਪਤਾ ਵੀ ਨਾ ਹੋਵੇ, ਲੇਕਿਨ ਉਹ ਗਾਣਾ ਸੁਣਨ ਵੇਲੇ ਤੁਸੀਂ ਆਪਣਾ ਸਾਰਾ ਧਿਆਨ ਉਸ ਉੱਤੇ ਕੇਂਦਰਿਤ ਕਰ ਲਿਆ ਸੀ। ਇਸ ਤਰ੍ਹਾਂ ਕਰਕੇ ਤੁਸੀਂ ਉਸ ਗਾਣੇ ਦੇ ਵਿਚਾਰ ਵਰਗੇ ਹੋਰ ਵਿਚਾਰਾਂ ਨੂੰ ਸਕ੍ਰਿਤ ਤੌਰ ਤੇ ਆਕਰਸ਼ਿਤ ਕਰ ਰਹੇ ਸੀ। ਇਸ ਲਈ ਆਕਰਸ਼ਣ ਦਾ ਨਿਯਮ ਸਕ੍ਰਿਏ ਹੋ ਗਿਆ ਅਤੇ ਉਸ ਨੇ ਉਸ ਗਾਣੇ ਦੇ ਵਿਚਾਰ ਨਾਲ ਮਿਲਦੇ ਜੁਲਦੇ ਵਿਚਾਰਾਂ ਨੂੰ ਤੁਹਾਡੇ ਵੱਲ ਆਕਰਸ਼ਿਤ ਕਰ ਦਿੱਤਾ। ਜੌਨ ਅਸਾਰਫ, ਬਤੌਰ ਇਨਸਾਨ ਸਾਡਾ ਕੰਮ ਆਪਣੇ ਦਿਮਾਗ 'ਚ ਇਹੋ ਜਿਹੇ ਵਿਚਾਰ ਰੱਖਣਾ ਹੈ ਜਿਨ੍ਹਾਂ ਨੂੰ ਅਸੀਂ ਚਾਹੁੰਦੇ ਹਾਂ। ਸਾਨੂੰ ਇਸ ਬਾਰੇ ਬਿਲਕੁਲ ਸਪਸ਼ਟ ਹੋਣਾ ਚਾਹੀਦਾ ਹੈ ਕਿ ਅਸੀਂ ਕੀ ਚਾਹੁੰਦੇ ਹਾਂ। ਇੰਜ ਕਰਕੇ ਅਸੀਂ ਬ੍ਰਹਿਮੰਡ ਦੇ ਮਹਾਨਤਮ ਨਿਯਮਾਂ 'ਚੋਂ ਇੱਕ ਨੂੰ ਸਕ੍ਰਿਏ ਕਰ ਦਿੰਦੇ ਹਾਂ, ਜਿਹੜਾ ਕਿ ਆਕਰਸ਼ਣ ਦਾ ਨਿਯਮ ਹੈ। ਤੁਸੀਂ ਜਿਸ ਬਾਰੇ ਸਭ ਤੋਂ ਜ਼ਿਆਦਾ ਸੋਚਦੇ ਹੋ ਉਹ ਬਣ ਜਾਂਦੇ ਹੋ। ਤੁਸੀਂ ਜਿਸ ਵਸਤੂ ਜਾਂ ਵਿਅਕਤੀ ਬਾਰੇ ਸਭ ਤੋਂ ਜ਼ਿਆਦਾ ਸੋਚਦੇ ਹੋ ਉਸ ਨੂੰ ਆਪਣੇ ਵੱਲ ਆਕਰਸ਼ਿਤ ਵੀ ਕਰਦੇ ਹੋ। ਤੁਹਾਡਾ ਵਰਤਮਾਨ ਜੀਵਨ ਤੁਹਾਡੇ ਪੁਰਾਣੇ ਵਿਚਾਰਾਂ ਦਾ ਪਰਛਾਵਾਂ ਹੈ, ਜਿਸ 'ਚ ਤੁਹਾਡੇ ਕੋਲ ਮੌਜੂਦ ਸਾਰੀਆਂ ਚੰਗੀਆਂ ਚੀਜ਼ਾਂ ਸ਼ਾਮਲ ਹਨ ਅਤੇ ਉਹ ਚੀਜ਼ਾਂ ਵੀ ਜਿਹੜੀਆਂ ਸ਼ਾਇਦ ਉਨੀਆਂ ਚੰਗੀਆਂ ਨਹੀਂ ਸਨ, ਕਿਉਂਕਿ ਤੁਸੀਂ ਆਪਣੇ ਵੱਲ ਉਸ ਨੂੰ ਆਕਰਸ਼ਿਤ ਕਰਦੇ ਹੋ ਜਿਸ ਬਾਰੇ ਤੁਸੀਂ ਸਭ ਤੋਂ ਜ਼ਿਆਦਾ ਸੋਚਦੇ ਹੋ। ਇਸ ਲਈ ਇਹ ਆਸਾਨੀ ਨਾਲ ਪਤਾ ਚੱਲ ਸਕਦਾ ਹੈ ਕਿ ਜੀਵਨ ਦੇ ਹਰ ਖੇਤਰ 'ਚ ਤੁਹਾਡੇ ਪ੍ਰਬਲ ਵਿਚਾਰ ਕੀ ਹਨ, ਕਿਉਂਕਿ ਉਹ ਹਕੀਕਤ 'ਚ ਬਦਲ ਚੁੱਕੇ ਹਨ। ਹੁਣ ਤੁਸੀਂ ਰਹੱਸ ਸਿੱਖ ਰਹੇ ਹੋ ਅਤੇ ਇਸ ਤੇ ਅਮਲ ਕਰਕੇ ਹਰ ਚੀਜ਼ ਬਦਲ ਸਕਦੇ ਹੋ। ਬੌਬ ਪ੍ਰੋਕਟਰ, ਜੇਕਰ ਤੁਸੀਂ ਆਪਣੇ ਦਿਮਾਗ 'ਚ ਕੋਈ ਚੀਜ਼ ਦੇਖ ਸਕੋ ਤਾਂ ਉਹ ਤੁਹਾਡੇ ਹੱਥ 'ਚ ਆ ਜਾਵੇਗੀ। ਜੇਕਰ ਤੁਸੀਂ ਆਪਣੇ ਦਿਮਾਗ 'ਚ ਸੋਚ ਲਵੋ ਕਿ ਤੁਸੀਂ ਕੀ ਚਾਹੁੰਦੇ ਹੋ ਅਤੇ ਉਸ ਨੂੰ ਆਪਣਾ ਪ੍ਰਬਲ ਵਿਚਾਰ ਬਣਾ ਲਵੋ ਤਾਂ ਉਹ ਚੀਜ਼ ਤੁਹਾਡੇ ਜੀਵਨ ਵਿੱਚ ਪ੍ਰਗਟ ਹੋ ਜਾਵੇਗੀ। ਮਾਈਕ ਡਿਊਲੀ, ਲੇਖਕ ਅਤੇ ਅੰਤਰਰਾਸ਼ਟਰੀ ਵਕਤਾ। ਇਹ ਸਿਧਾਂਤ ਸੰਖੇਪ ਵਿੱਚ 5 ਸੌਖੇ ਸ਼ਬਦਾਂ 'ਚ ਦੱਸਿਆ ਜਾ ਸਕਦਾ ਹੈ। ਵਿਚਾਰ ਚੀਜ਼ਾਂ ਬਣ ਜਾਂਦੇ ਹਨ। ਇਸ ਸ਼ਕਤੀਸ਼ਾਲੀ ਨਿਯਮ ਨਾਲ ਤੁਹਾਡੇ ਵਿਚਾਰ ਤੁਹਾਡੇ ਜੀਵਨ ਦੀ ਵਸਤਾਂ ਦੇ ਰੂਪ 'ਚ ਸਾਕਾਰ ਹੋ ਜਾਂਦੀਆਂ ਹਨ। ਵਿਚਾਰ ਚੀਜ਼ਾਂ ਬਣ ਜਾਂਦੇ ਹਨ। ਇਹ ਸੂਤਰ ਵਾਰ-ਵਾਰ ਦੁਹਰਾਓ ਅਤੇ ਇਸ ਨੂੰ ਆਪਣੀ ਚੇਤਨਾ ਤੇ ਸੋਝੀ ਵਿੱਚ ਸਿਮ ਜਾਣ ਦਿਓ। ਤੁਹਾਡੇ ਵਿਚਾਰ ਚੀਜ਼ਾਂ ਬਣ ਜਾਂਦੇ ਹਨ। ਜੌਨ ਅਸਾਰਫ, ਜ਼ਿਆਦਾਤਰ ਲੋਕ ਇਹ ਨਹੀਂ ਸਮਝਦੇ ਕਿ ਹਰ ਵਿਚਾਰ ਦੀ ਇੱਕ ਫ੍ਰੀਕੁਐਂਸੀ ਹੁੰਦੀ ਹੈ। ਅਸੀਂ ਵਿਚਾਰਾਂ ਨੂੰ ਮਾਪ ਸਕਦੇ ਹਾਂ। ਇਸ ਲਈ ਜੇਕਰ ਤੁਸੀਂ ਵਾਰ-ਵਾਰ ਇੱਕੋ ਹੀ ਚੀਜ਼ ਬਾਰੇ ਸੋਚ ਰਹੇ ਹੋ, ਆਪਣੇ ਦਿਮਾਗ 'ਚ ਉਸ ਅਛੂਤੀ ਨਵੀਂ ਕਾਰ ਦਾ ਮਾਲਕ ਬਣਨ ਦੀ ਕਲਪਨਾ ਕਰ ਰਹੇ ਹੋ, ਉਸ ਪੈਸੇ ਦੇ ਮਾਲਕ ਬਣਨ ਦੀ ਜਿਸ ਦੀ ਤੁਹਾਨੂੰ ਲੋੜ ਹੈ, ਕੰਪਨੀ ਬਣਾਉਣ ਦੀ, ਆਦਰਸ਼ ਜੀਵਨ ਸਾਥੀ ਪਾਉਣ ਦੀ, ਜੇਕਰ ਤੁਸੀਂ ਉਸ ਨੂੰ ਕਲਪਨਾ 'ਚ ਦੇਖ ਰਹੇ ਹੋ ਤਾਂ ਤੁਸੀਂ ਉਸੇ ਫ੍ਰੀਕੁਐਂਸੀ ਨੂੰ ਇਕਸਾਰ ਭੇਜ ਰਹੇ ਹੋ। ਡਾਕਟਰ ਜੋ ਵਿਟਾਲ, ਵਿਚਾਰ ਚੁੰਬਕੀ ਸੰਕੇਤ ਭੇਜਦੇ ਹਨ ਜਿਹੜੀ ਉਸ ਵਰਗੀ ਚੀਜ਼ ਨੂੰ ਤੁਹਾਡੇ ਵੱਲ ਆਕਰਸ਼ਿਤ ਕਰਦੇ ਹਨ। ਪ੍ਰਬਲ ਵਿਚਾਰ ਜਾਂ ਮਾਨਸਿਕ ਨਜ਼ਰੀਆ ਚੁੰਬਕ ਹੈ। ਨਿਯਮ ਇਹ ਹੈ ਕਿ ਸਮਾਨ ਚੀਜ਼ਾਂ ਵੱਲ ਆਕਰਸ਼ਿਤ ਕਰਦੀਆਂ ਹਨ।
ਨਤੀਜਾਜਨਕ ਮਾਨਸਿਕ ਨਜ਼ਰੀਆ ਸਦਾ ਆਪਣੀ ਪ੍ਰਕਿਰਤੀ ਦੇ ਅਨੁਰੂਪ ਸਥਿਤੀਆਂ ਨੂੰ ਆਕਰਸ਼ਿਤ ਕਰੇਗਾ। ਵਿਚਾਰ ਚੁੰਬਕੀ ਹੁੰਦੇ ਹਨ ਅਤੇ ਵਿਚਾਰਾਂ ਦੀ ਇੱਕ ਫ੍ਰੀਕੁਐਂਸੀ ਹੁੰਦੀ ਹੈ। ਜਦੋਂ ਤੁਸੀਂ ਸੋਚਦੇ ਹੋ ਤਾਂ ਉਹ ਵਿਚਾਰ ਸੰਪ੍ਰੇਸ਼ਿਤ ਹੋ ਕੇ ਬ੍ਰਹਿਮੰਡ ਵਿੱਚ ਪਹੁੰਚ ਜਾਂਦੇ ਹਨ ਤੇ ਚੁੰਬਕ ਵਾਂਗ ਸਮਾਨ ਫ੍ਰੀਕੁਐਂਸੀ ਵਾਲੀਆਂ ਚੀਜ਼ਾਂ ਨੂੰ ਆਕਰਸ਼ਿਤ ਕਰਦੇ ਹਨ। ਹਰ ਭੇਜੀ ਗਈ ਚੀਜ਼ ਸਰੋਤ ਤੱਕ ਮੁੜਦੀ ਹੈ ਤੇ ਉਹ ਸਰੋਤ ਤੁਸੀਂ ਹੋ। ਇਸ ਬਾਰੇ ਇਸ ਤਰ੍ਹਾਂ ਸੋਚੋ। ਅਸੀਂ ਜਾਣਦੇ ਹਾਂ ਕਿ ਕਿਸੇ ਟੈਲੀਵਿਜ਼ਨ ਸਟੇਸ਼ਨ ਦਾ ਟਰਾਂਸਮਿਸ਼ਨ ਟਾਵਰ ਇੱਕ ਫ੍ਰੀਕੁਐਂਸੀ ਤੇ ਬ੍ਰੌਡਕਾਸਟ ਕਰਦਾ ਹੈ ਜਿਹੜੀ ਤੁਹਾਡੇ ਟੈਲੀਵਿਜ਼ਨ ਦੀਆਂ ਤਸਵੀਰਾਂ 'ਚ ਬਦਲ ਜਾਂਦੀਆਂ ਹਨ। ਸੱਚ ਤਾਂ ਇਹ ਹੈ ਕਿ ਸਾਡੇ 'ਚੋਂ ਜ਼ਿਆਦਾਤਰ ਲੋਕ ਇਹ ਸਮਝ ਨਹੀਂ ਪਾਉਂਦੇ ਕਿ ਇਹ ਕਿਵੇਂ ਹੁੰਦਾ ਹੈ, ਪਰ ਅਸੀਂ ਇੰਨਾ ਜ਼ਰੂਰ ਜਾਣਦੇ ਹਾਂ ਕਿ ਹਰ ਚੈਨਲ ਦੀ ਇੱਕ ਫ੍ਰੀਕੁਐਂਸੀ ਹੁੰਦੀ ਹੈ ਅਤੇ ਜਦੋਂ ਅਸੀਂ ਉਸ ਫ੍ਰੀਕੁਐਂਸੀ 'ਤੇ ਚੈਨਲ ਸੈੱਟ ਕਰਦੇ ਹਾਂ ਤਾਂ ਅਸੀਂ ਆਪਣੇ ਟੈਲੀਵਿਜ਼ਨ 'ਤੇ ਤਸਵੀਰਾਂ ਦੇਖਣ ਲੱਗਦੇ ਹਾਂ। ਅਸੀਂ ਚੈਨਲ ਚੁਣ ਕੇ ਫ੍ਰੀਕੁਐਂਸੀ ਚੁਣਦੇ ਹਾਂ ਅਤੇ ਇਸ ਤੋਂ ਬਾਅਦ ਸਾਨੂੰ ਚੈਨਲ 'ਤੇ ਪ੍ਰਸਾਰਿਤ ਹੋਣ ਵਾਲੀਆਂ ਤਸਵੀਰਾਂ ਮਿਲਦੀਆਂ ਹਨ। ਜੇਕਰ ਅਸੀਂ ਆਪਣੇ ਟੈਲੀਵਿਜ਼ਨ 'ਤੇ ਵੱਖਰੀਆਂ ਤਸਵੀਰਾਂ ਦੇਖਣਾ ਚਾਹੁੰਦੇ ਹਾਂ ਤਾਂ ਅਸੀਂ ਚੈਨਲ ਬਦਲ ਦਿੰਦੇ ਹਾਂ ਅਤੇ ਉਸ ਨੂੰ ਨਵੀਂ ਫ੍ਰੀਕੁਐਂਸੀ 'ਤੇ ਸੈੱਟ ਕਰ ਦਿੰਦੇ ਹਾਂ। ਤੁਸੀਂ ਮਾਨਵੀ ਟਰਾਂਸਮਿਸ਼ਨ ਟਾਵਰ ਹੋ ਅਤੇ ਧਰਤੀ 'ਤੇ ਬਣੇ ਕਿਸੇ ਵੀ ਟੈਲੀਵਿਜ਼ਨ ਟਾਵਰ ਤੋਂ ਜ਼ਿਆਦਾ ਸ਼ਕਤੀਸ਼ਾਲੀ। ਤੁਸੀਂ ਬ੍ਰਹਿਮੰਡ ਦੇ ਸਭ ਤੋਂ ਸ਼ਕਤੀਸ਼ਾਲੀ ਟਰਾਂਸਮਿਸ਼ਨ ਟਾਵਰ ਹੋ। ਤੁਹਾਡਾ ਟਰਾਂਸਮਿਸ਼ਨ ਤੁਹਾਡੇ ਜੀਵਨ ਤੇ ਸੰਸਾਰ ਦੀ ਰਚਨਾ ਕਰਦਾ ਹੈ। ਤੁਹਾਡੇ ਵੱਲੋਂ ਪ੍ਰਸਾਰਿਤ ਫ੍ਰੀਕੁਐਂਸੀ ਸ਼ਹਿਰਾਂ, ਦੇਸ਼ਾਂ, ਸੰਸਾਰ ਦੇ ਪਾਰ ਪਹੁੰਚ ਜਾਂਦੀ ਹੈ। ਉਹ ਸਾਰੇ ਬ੍ਰਹਿਮੰਡ ਵਿੱਚ ਗੂੰਜਣ ਲੰਘਦੀ ਹੈ ਅਤੇ ਉਸ ਫ੍ਰੀਕੁਐਂਸੀ ਨੂੰ ਤੁਸੀਂ ਆਪਣੇ ਵਿਚਾਰਾਂ ਨਾਲ ਹੀ ਪ੍ਰਸਾਰਿਤ ਕਰ ਰਹੇ ਹੋ। ਤੁਹਾਡੇ ਵਿਚਾਰਾਂ ਦੇ ਪ੍ਰਸਾਰਨ ਨਾਲ ਤੁਹਾਨੂੰ ਜਿਹੜੀਆਂ ਤਸਵੀਰਾਂ ਮਿਲਦੀਆਂ ਹਨ ਉਹ ਲਿਵਿੰਗ ਰੂਮ ਦੇ ਟੈਲੀਵਿਜ਼ਨ ਸਕਰੀਨ ਤੇ ਨਹੀਂ, ਉਹ ਤਸਵੀਰਾਂ ਤਾਂ ਤੁਹਾਡੇ ਜੀਵਨ 'ਚ ਦਿਖਦੀਆਂ ਹਨ। ਤੁਹਾਡੇ ਵਿਚਾਰ ਫ੍ਰੀਕੁਐਂਸੀ ਸੈੱਟ ਕਰਦੇ ਹਨ, ਉਸ ਫ੍ਰੀਕੁਐਂਸੀ ਤੇ ਮੌਜੂਦ ਸਮਾਨ ਚੀਜ਼ਾਂ ਨੂੰ ਆਕਰਸ਼ਿਤ ਕਰਦੇ ਹਨ ਅਤੇ ਫਿਰ ਤੁਹਾਡੇ ਵਿਚਾਰਾਂ ਨੂੰ ਜੀਵਨ ਦੀਆਂ ਤਸਵੀਰਾਂ ਦੇ ਤੌਰ ਤੇ ਤੁਹਾਡੇ ਵੱਲ ਪ੍ਰਸਾਰਿਤ ਕਰ ਦਿੰਦੇ ਹਨ। ਜੇਕਰ ਤੁਸੀਂ ਆਪਣੇ ਜੀਵਨ ਦੀ ਕਿਸੇ ਵੀ ਚੀਜ਼ ਨੂੰ ਬਦਲਣਾ ਚਾਹੁੰਦੇ ਹੋ ਤਾਂ ਤੁਹਾਡੇ ਵਿਚਾਰ ਬਦਲ ਕੇ ਚੈਨਲ ਅਤੇ ਫ੍ਰੀਕੁਐਂਸੀ ਬਦਲ ਦਿਓ। ਮਾਨਸਿਕ ਸ਼ਕਤੀਆਂ ਦੀ ਧੜਕਣ ਬ੍ਰਹਿਮੰਡ 'ਚ ਸਭ ਤੋਂ ਵਧੀਆ ਤੇ ਸਭ ਤੋਂ ਸ਼ਕਤੀਸ਼ਾਲੀ ਹੁੰਦੀ ਹੈ। ਚਾਰਲਸ ਹਨੇਲ। ਬੌਬ ਪ੍ਰੋਕਟਰ। ਜੇਕਰ ਤੁਸੀਂ ਸਮਰਿੱਧ ਜੀਵਨ ਜਿਉਣ ਦੀ ਕਲਪਨਾ ਕਰੋਗੇ ਤਾਂ ਤੁਸੀਂ ਇਸ ਨੂੰ ਆਕਰਸ਼ਿਤ ਕਰ ਲਵੋਗੇ। ਇਹ ਸਿਧਾਂਤ ਹਰ ਵਾਰ ਹਰ ਇਨਸਾਨ ਦੇ ਮਾਮਲੇ 'ਚ ਕੰਮ ਕਰਦਾ ਹੈ। ਜਦੋਂ ਤੁਸੀਂ ਆਪਣੇ ਸਮਰਿੱਧ ਜੀਵਨ ਦੀ ਕਲਪਨਾ ਕਰਦੇ ਹੋ ਤਾਂ ਤੁਸੀਂ ਆਕਰਸ਼ਣ ਦੇ ਨਿਯਮ ਦੁਆਰਾ ਪ੍ਰਬਲ ਤੇ ਸੰਚੇਤਨ ਤੌਰ ਤੇ ਆਪਣੇ ਜੀਵਨ ਦਾ ਨਿਰਮਾਣ ਕਰ ਰਹੇ ਹੁੰਦੇ ਹੋ। ਇਹ ਕੰਮ ਇੰਨਾ ਹੀ ਸੌਖਾ ਹੈ, ਲੇਕਿਨ ਫਿਰ ਸਭ ਤੋਂ ਸਪਸ਼ਟ ਸਵਾਲ ਆਉਂਦਾ ਹੈ, ਹਰ ਵਿਅਕਤੀ ਆਪਣੇ ਸੁਪਨਿਆਂ ਦੀ ਜ਼ਿੰਦਗੀ ਕਿਉਂ ਨਹੀਂ ਜੀ ਰਿਹਾ? ਮਾੜੇ ਦੀ ਬਜਾਏ ਚੰਗੇ ਨੂੰ ਆਕਰਸ਼ਿਤ ਕਰੋ। ਜੌਨ ਅਸਾਰਫ। ਇਹੀ ਸਮੱਸਿਆ ਹੈ। ਜ਼ਿਆਦਾਤਰ ਲੋਕ ਇਸ ਬਾਰੇ ਸੋਚ ਰਹੇ ਹਨ ਕਿ ਉਹ ਕੀ ਨਹੀਂ ਚਾਹੁੰਦੇ ਅਤੇ ਫਿਰ ਇਸ ਗੱਲ ਤੇ ਹੈਰਾਨ ਹੋ ਰਹੇ ਹਨ ਕਿ ਉਹਨਾਂ ਦੇ ਨਾਲ ਵਾਰ-ਵਾਰ ਮਾੜੀਆਂ ਚੀਜ਼ਾਂ ਕਿਉਂ ਹੁੰਦੀਆਂ ਹਨ। ਲੋਕਾਂ ਨੂੰ ਉਹਨਾਂ ਦੀ ਮਨਚਾਹੀ ਚੀਜ਼ਾਂ ਨਾ ਮਿਲਣ ਦਾ ਇਕੱਲਾ ਕਾਰਨ ਇਹ ਹੈ ਕਿ ਉਹ ਇਸ ਬਾਰੇ ਜ਼ਿਆਦਾ ਸੋਚ ਰਹੇ ਹਨ ਕਿ ਉਹ ਕੀ ਨਹੀਂ ਚਾਹੁੰਦੇ, ਬਜਾਏ ਇਸ ਦੇ ਕਿ ਉਹ ਕੀ ਚਾਹੁੰਦੇ ਹਨ। ਆਪਣੇ ਵਿਚਾਰਾਂ ਤੇ ਗੌਰ ਕਰੋ ਅਤੇ ਆਪਣੇ ਸ਼ਬਦਾਂ ਨੂੰ ਸੁਣੋ। ਨਿਯਮ ਅਸਿੱਟ ਹਨ ਅਤੇ ਇਸ 'ਚ ਕਿਤੇ ਗਲਤੀ ਨਹੀਂ ਹੁੰਦੀ। ਮਨੁੱਖ ਜਾਤੀ 'ਚ ਸਦੀਆਂ ਤੋਂ ਇੱਕ ਮਹਾਮਾਰੀ ਫੈਲੀ ਹੋਈ ਹੈ ਜਿਹੜੀ ਪਲੈਗ ਤੋਂ ਜ਼ਿਆਦਾ ਬੱਤਰ ਹੈ। ਇਹ ਨਹੀਂ ਚਾਹੁੰਦਾ ਦੀ ਮਹਾਮਾਰੀ। ਲੋਕ ਇਸ ਮਹਾਮਾਰੀ ਨੂੰ ਸੁਰਜੀਤ ਰੱਖਦੇ ਹਨ ਜਦੋਂ ਉਹ ਉਹਨਾਂ ਚੀਜ਼ਾਂ ਤੇ ਪ੍ਰਬਲਤਾ ਨਾਲ ਸੋਚਦੇ ਹਨ, ਬੋਲਦੇ ਹਨ, ਕੰਮ ਕਰਦੇ ਹਨ ਅਤੇ ਧਿਆਨ ਕੇਂਦਰਿਤ ਕਰਦੇ ਹਨ ਜਿਨ੍ਹਾਂ ਨੂੰ ਉਹ ਨਹੀਂ ਚਾਹੁੰਦੇ। ਲੇਕਿਨ ਇਹ ਪੀੜ੍ਹੀ ਇਤਿਹਾਸ ਬਦਲ ਦੇਵੇਗੀ ਕਿਉਂਕਿ ਸਾਨੂੰ ਉਹ ਗਿਆਨ ਮਿਲ ਰਿਹਾ ਹੈ ਜਿਹੜਾ ਇਸ ਮਹਾਮਾਰੀ ਤੋਂ ਮੁਕਤੀ ਦਿਵਾ ਸਕਦਾ ਹੈ। ਇਹ ਤੁਹਾਡੇ ਤੋਂ ਆਰੰਭ ਹੁੰਦਾ ਹੈ ਅਤੇ ਤੁਸੀਂ ਇਸ ਨਵੇਂ ਵਿਚਾਰਕ ਅੰਦੋਲਨ ਦੇ ਆਗੂ ਬਣ ਸਕਦੇ ਹੋ। ਇਸ ਲਈ ਤੁਹਾਨੂੰ ਬਸ ਉਹ ਸੋਚਣਾ ਤੇ ਬੋਲਣਾ ਹੈ ਜਿਹੜਾ ਤੁਸੀਂ ਚਾਹੁੰਦੇ ਹੋ। ਬੌਬ ਡੋਇਲ। ਆਕਰਸ਼ਣ ਦਾ ਨਿਯਮ ਇਸ ਗੱਲ ਦੀ ਪਰਵਾਹ ਨਹੀਂ ਕਰਦਾ ਕਿ ਤੁਸੀਂ ਕਿਸੇ ਚੀਜ਼ ਨੂੰ ਚੰਗਾ ਮੰਨਦੇ ਹੋ ਜਾਂ ਮਾੜਾ, ਤੁਸੀਂ ਉਸ ਨੂੰ ਚਾਹੁੰਦੇ ਹੋ ਜਾਂ ਨਹੀਂ। ਇਹ ਨਿਯਮ ਤਾਂ ਤੁਹਾਡੇ ਵਿਚਾਰਾਂ ਤੇ ਪ੍ਰਤੀਕਿਰਿਆ ਕਰਦਾ ਹੈ। ਇਸ ਲਈ ਜੇਕਰ ਤੁਸੀਂ ਕਰਜ਼ੇ ਦੇ ਪਹਾੜ ਨੂੰ ਦੇਖ ਕੇ ਮਾੜਾ ਮਹਿਸੂਸ ਕਰ ਰਹੇ ਹੋ ਤਾਂ ਤੁਸੀਂ ਬ੍ਰਹਿਮੰਡ ਨੂੰ ਇਹ ਸੰਕੇਤ ਭੇਜ ਰਹੇ ਹੋ
ਮੈਂ ਇੰਨੇ ਭਾਰੀ ਕਾਰਜ ਤੋਂ ਬੁਰਾ ਮਹਿਸੂਸ ਕਰ ਰਿਹਾ ਹਾਂ। ਤੁਸੀਂ ਆਪਣੇ ਆਪ ਨੂੰ ਇਹ ਗੱਲ ਦ੍ਰਿੜਤਾ ਨਾਲ ਕਹਿ ਰਹੇ ਹੋ। ਤੁਸੀਂ ਇਸ ਨੂੰ ਆਪਣੀ ਹੋਂਦ ਦੇ ਹਰ ਪੱਧਰ ਤੇ ਮਹਿਸੂਸ ਕਰ ਰਹੇ ਹੋ। ਨਤੀਜਾ ਤੁਹਾਨੂੰ ਇਹੀ ਚੀਜ਼ ਹੋਰ ਜ਼ਿਆਦਾ ਮਿਲੇਗੀ। ਆਕਰਸ਼ਣ ਦਾ ਨਿਯਮ ਕੁਦਰਤੀ ਨਿਯਮ ਹੈ। ਇਹ ਨਿਰਪੱਖ ਹੈ ਤੇ ਚੰਗੀਆਂ ਜਾਂ ਮਾੜੀਆਂ ਚੀਜ਼ਾਂ ਵਿੱਚ ਫਰਕ ਨਹੀਂ ਕਰਦਾ। ਇਹ ਤੁਹਾਡੇ ਵਿਚਾਰਾਂ ਨੂੰ ਤੁਹਾਡੇ ਜੀਵਨ 'ਚ ਸਾਕਾਰ ਕਰ ਦਿੰਦਾ ਹੈ। ਤੁਸੀਂ ਜਿਸ ਬਾਰੇ ਵੀ ਸੋਚਦੇ ਹੋ, ਆਕਰਸ਼ਣ ਦਾ ਨਿਯਮ ਤੁਹਾਨੂੰ ਉਹੀ ਦਿੰਦਾ ਹੈ। ਲੀਸਾ ਨਿਕੋਲਸ, ਲੇਖਿਕਾ ਅਤੇ ਵਿਅਕਤੀਗਤ ਵਿਸ਼ੇਸ਼ज्ञ। ਆਕਰਸ਼ਣ ਦਾ ਨਿਯਮ ਸੱਚਮੁੱਚ ਆਗਿਆਕਾਰੀ ਹੈ। ਜਦੋਂ ਤੁਸੀਂ ਆਪਣੇ ਮਨ ਚਾਹੀ ਚੀਜ਼ਾਂ ਬਾਰੇ ਸੋਚਦੇ ਹੋ ਤੇ ਪੂਰੇ ਇਰਾਦੇ ਨਾਲ ਉਸ ਤੇ ਧਿਆਨ ਕੇਂਦਰਿਤ ਕਰਦੇ ਹੋ ਤਾਂ ਆਕਰਸ਼ਣ ਤੁਹਾਨੂੰ ਤੁਹਾਡੀ ਮਨ ਚਾਹੀ ਚੀਜ਼ ਦੇਵੇਗਾ। ਹਰ ਵਾਰ ਜਦੋਂ ਤੁਸੀਂ ਉਹਨਾਂ ਚੀਜ਼ਾਂ ਤੇ ਧਿਆਨ ਕੇਂਦਰਿਤ ਕਰਦੇ ਹੋ ਜਿਨ੍ਹਾਂ ਨੂੰ ਤੁਸੀਂ ਨਹੀਂ ਚਾਹੁੰਦੇ, ਮੈਂ ਦੇਰੀ ਨਾਲ ਨਹੀਂ ਪੁੱਜਣਾ ਚਾਹੁੰਦਾ, ਮੈਂ ਦੇਰੀ ਨਾਲ ਨਹੀਂ ਪੁੱਜਣਾ ਚਾਹੁੰਦਾ, ਤਾਂ ਆਕਰਸ਼ਣ ਦੇ ਨਿਯਮ ਨੂੰ ਇਹ ਸੁਣਾਈ ਨਹੀਂ ਦਿੰਦਾ ਕਿ ਤੁਸੀਂ ਇਸ ਨੂੰ ਨਹੀਂ ਚਾਹੁੰਦੇ ਹੋ। ਉਹ ਤਾਂ ਬਸ ਉਹਨਾਂ ਚੀਜ਼ਾਂ ਨੂੰ ਪ੍ਰਗਟ ਕਰ ਦਿੰਦਾ ਹੈ ਜਿਨ੍ਹਾਂ ਬਾਰੇ ਤੁਸੀਂ ਸੋਚ ਰਹੇ ਹੋ। ਇਸ ਲਈ ਇੰਜ ਵਾਰ-ਵਾਰ ਤੇ ਹਰ ਵਾਰ ਹੁੰਦਾ ਹੈ। ਆਕਰਸ਼ਣ ਦਾ ਨਿਯਮ ਇੱਛਾ ਜਾਂ ਅਨਿੱਛਾ 'ਚ ਅੰਤਰ ਨਹੀਂ ਕਰਦਾ। ਜਦੋਂ ਤੁਸੀਂ ਕਿਸੇ ਚੀਜ਼ ਤੇ ਧਿਆਨ ਕੇਂਦਰਿਤ ਕਰਦੇ ਹੋ, ਭਾਵੇਂ ਉਹ ਜਿਹੜੀ ਵੀ ਚੀਜ਼ ਹੋਵੇ, ਤਾਂ ਤੁਸੀਂ ਦਰਅਸਲ ਉਸ ਨੂੰ ਆਪਣੇ ਜੀਵਨ ਵਿੱਚ ਸਾਕਾਰ ਕਰ ਰਹੇ ਹੋ। ਜਦੋਂ ਤੁਸੀਂ ਆਪਣੀ ਕਿਸੇ ਮਨਚਾਹੀ ਚੀਜ਼ ਤੇ ਆਪਣੇ ਵਿਚਾਰ ਕੇਂਦਰਿਤ ਕਰਦੇ ਹੋ ਅਤੇ ਇਕਾਗਰਤਾ ਬਣਾਏ ਰੱਖਦੇ ਹੋ ਤਾਂ ਤੁਸੀਂ ਉਸ ਪਲ ਸ੍ਰਿਸ਼ਟੀ ਦੀ ਸਭ ਤੋਂ ਪ੍ਰਬਲ ਸ਼ਕਤੀ ਤੋਂ ਆਪਣੀ ਮਨਚਾਹੀ ਚੀਜ਼ ਨੂੰ ਬੁਲਾਵਾ ਦੇ ਰਹੇ ਹੋ। ਆਕਰਸ਼ਣ ਦਾ ਨਿਯਮ ਨਹੀਂ ਚਾਹੁੰਦਾ ਜਾਂ ਕਿਸੇ ਵੀ ਤਰ੍ਹਾਂ ਦੇ ਨਕਾਰਾਤਮਕ ਸ਼ਬਦਾਂ ਨੂੰ ਮਾਪ ਜਾਂ ਜੋਖ ਨਹੀਂ ਸਕਦਾ। ਜਦੋਂ ਤੁਸੀਂ ਨਕਾਰਾਤਮਕ ਸ਼ਬਦ ਬੋਲਦੇ ਹੋ ਤਾਂ ਆਕਰਸ਼ਣ ਦਾ ਨਿਯਮ ਇਹ ਸੁਣਦਾ ਹੈ, ਮੈਂ ਇਹਨਾਂ ਕੱਪੜਿਆਂ ਤੇ ਕੋਈ ਚੀਜ਼ ਨਹੀਂ ਵਹਾਉਣਾ ਚਾਹੁੰਦਾ। ਆਕਰਸ਼ਣ ਦਾ ਨਿਯਮ ਸੁਣਦਾ ਹੈ, ਮੈਂ ਇਹਨਾਂ ਕੱਪੜਿਆਂ ਤੇ ਕੋਈ ਚੀਜ਼ ਵਹਾਉਣਾ ਚਾਹੁੰਦਾ ਹਾਂ ਤੇ ਇਸ ਤੋਂ ਇਲਾਵਾ ਵੀ ਬਹੁਤੀਆਂ ਚੀਜ਼ਾਂ ਵਹਾਉਣਾ ਚਾਹੁੰਦਾ ਹਾਂ। ਮੈਂ ਮਾੜਾ ਹੇਅਰ ਕੱਟ ਨਹੀਂ ਚਾਹੁੰਦਾ। ਆਕਰਸ਼ਣ ਦਾ ਨਿਯਮ ਸੁਣਦਾ ਹੈ, ਮੈਂ ਮਾੜਾ ਹੇਅਰ ਕੱਟ ਚਾਹੁੰਦਾ ਹਾਂ। ਮੈਂ ਨਹੀਂ ਚਾਹੁੰਦਾ ਕਿ ਮੈਨੂੰ ਦੇਰ ਹੋਵੇ। ਆਕਰਸ਼ਣ ਦਾ ਨਿਯਮ ਸੁਣਦਾ ਹੈ, ਮੈਂ ਚਾਹੁੰਦਾ ਹਾਂ ਕਿ ਮੈਨੂੰ ਦੇਰ ਹੋਵੇ। ਮੈਂ ਨਹੀਂ ਚਾਹੁੰਦਾ ਕਿ ਉਹ ਵਿਅਕਤੀ ਮੇਰੇ ਨਾਲ ਬਦਤਮੀਜ਼ੀ ਨਾਲ ਪੇਸ਼ ਆਵੇ। ਆਕਰਸ਼ਣ ਦਾ ਨਿਯਮ, ਮੈਂ ਚਾਹੁੰਦਾ ਹਾਂ ਕਿ ਉਹ ਵਿਅਕਤੀ ਤੇ ਹੋਰ ਵਿਅਕਤੀ ਮੇਰੇ ਨਾਲ ਬਦਤਮੀਜ਼ੀ ਨਾਲ ਪੇਸ਼ ਆਉਣ। ਮੈਂ ਨਹੀਂ ਚਾਹੁੰਦਾ ਕਿ ਰੈਸਟੋਰੈਂਟ ਵਾਲੇ ਸਾਡੀ ਟੇਬਲ ਕਿਸੇ ਹੋਰ ਨੂੰ ਦੇ ਦੇਣ। ਮੈਂ ਚਾਹੁੰਦਾ ਹਾਂ ਕਿ ਰੈਸਟੋਰੈਂਟ ਵਾਲੇ ਸਾਡੀ ਟੇਬਲ ਕਿਸੇ ਹੋਰ ਨੂੰ ਦੇ ਦੇਣ। ਮੈਂ ਨਹੀਂ ਚਾਹੁੰਦਾ ਕਿ ਇਹ ਜੁੱਤੀ ਕੱਟੇ। ਮੈਂ ਚਾਹੁੰਦਾ ਹਾਂ ਕਿ ਇਹ ਜੁੱਤੀ ਕੱਟੇ। ਮੈਂ ਇਸ ਕੰਮ ਨੂੰ ਨਹੀਂ ਸੰਭਾਲ ਸਕਦਾ। ਮੈਂ ਇਸ ਤੋਂ ਇਲਾਵਾ ਵੀ ਇਹੋ ਜਿਹੇ ਬਹੁਤੇ ਕੰਮ ਚਾਹੁੰਦਾ ਹਾਂ ਜਿਨ੍ਹਾਂ ਨੂੰ ਮੈਂ ਨਹੀਂ ਸੰਭਾਲ ਸਕਦਾ। ਮੈਂ ਫਲੂ ਦਾ ਸ਼ਿਕਾਰ ਨਹੀਂ ਹੋਣਾ ਚਾਹੁੰਦਾ। ਮੈਂ ਫਲੂ ਤੇ ਹੋਰ ਬਿਮਾਰੀਆਂ ਦਾ ਸ਼ਿਕਾਰ ਹੋਣਾ ਚਾਹੁੰਦਾ ਹਾਂ। ਮੈਂ ਬਹਿਸ ਨਹੀਂ ਕਰਨਾ ਚਾਹੁੰਦਾ। ਮੈਂ ਹੋਰ ਜ਼ਿਆਦਾ ਬਹਿਸ ਕਰਨਾ ਚਾਹੁੰਦਾ ਹਾਂ। ਮੇਰੇ ਨਾਲ ਇਸ ਤਰ੍ਹਾਂ ਨਾ ਬੋਲੋ। ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਨਾਲ ਇੰਜ ਬੋਲੋ ਅਤੇ ਹੋਰ ਲੋਕ ਵੀ ਮੇਰੇ ਨਾਲ ਇਸੇ ਤਰ੍ਹਾਂ ਬੋਲਣ। ਆਕਰਸ਼ਣ ਦਾ ਨਿਯਮ ਤੁਹਾਨੂੰ ਉਹੀ ਦੇ ਰਿਹਾ ਹੈ ਜਿਸ ਬਾਰੇ ਤੁਸੀਂ ਸੋਚ ਰਹੇ ਹੋ। ਵਕਤ ਖਤਮ। ਬੌਬ ਪ੍ਰੋਕਟਰ। ਆਕਰਸ਼ਣ ਦਾ ਨਿਯਮ ਹਮੇਸ਼ਾ ਕੰਮ ਕਰਦਾ ਹੈ, ਭਾਵੇਂ ਤੁਸੀਂ ਇਸ ਤੇ ਯਕੀਨ ਕਰਦੇ ਹੋ ਜਾਂ ਨਹੀਂ, ਭਾਵੇਂ ਤੁਸੀਂ ਇਸ ਨੂੰ ਸਮਝਦੇ ਹੋ ਜਾਂ ਨਹੀਂ। ਆਕਰਸ਼ਣ ਦਾ ਨਿਯਮ ਉਤਪਤੀ ਦਾ ਨਿਯਮ ਹੈ। ਕੁਆਂਟਮ ਭੌਤਿਕ ਸ਼ਾਸਤਰੀ ਸਾਨੂੰ ਦੱਸਦੇ ਹਨ ਕਿ ਸਮੁੱਚਾ ਬ੍ਰਹਿਮੰਡ ਵਿਚਾਰ ਨਾਲ ਉਤਪੰਨ ਹੋਇਆ ਹੈ। ਤੁਸੀਂ ਆਪਣੇ ਵਿਚਾਰਾਂ ਤੇ ਆਕਰਸ਼ਣ ਦੇ ਨਿਯਮ ਦੁਆਰਾ ਆਪਣੇ ਜੀਵਨ ਦਾ ਸਿਰਜਣ ਕਰ ਸਕਦੇ ਹੋ ਤੇ ਹਰ ਵਿਅਕਤੀ ਇਹੀ ਕਰ ਰਿਹਾ ਹੈ। ਤੁਸੀਂ ਇਸ ਗੱਲ ਨੂੰ ਜਾਣੋ ਜਾਂ ਨਾ ਜਾਣੋ, ਇਹ ਹਮੇਸ਼ਾ ਸਕਰੀਏ ਹੈ। ਇਹ ਸਾਰੇ ਇਤਿਹਾਸ 'ਚ ਤੁਹਾਡੇ ਅਤੇ ਹਰ ਵਿਅਕਤੀ ਦੇ ਜੀਵਨ 'ਚ ਸਕਰੀਏ ਰਿਹਾ ਹੈ। ਜਦੋਂ ਤੁਸੀਂ ਇਸ ਮਹਾਨ ਨਿਯਮ ਨੂੰ ਜਾਣ ਲੈਂਦੇ ਹੋ, ਉਦੋਂ ਜਾ ਕੇ ਤੁਹਾਨੂੰ ਪਤਾ ਚੱਲਦਾ ਹੈ ਕਿ ਤੁਸੀਂ ਹੈਰਾਨੀਕੁੰਨ ਤੌਰ ਤੇ ਸ਼ਕਤੀਸ਼ਾਲੀ ਹੋ। ਤੁਸੀਂ ਸਿਰਫ ਸੋਚ ਕੇ ਆਪਣੇ ਜੀਵਨ 'ਚ ਕਿੰਨੀਆਂ ਸਾਰੀਆਂ ਨਿਆਮਤਾਂ ਲਿਆ ਸਕਦੇ ਹੋ। ਲੀਸਾ ਨਿਕੋਲਸ। ਇਹ ਉਨਾ ਹੀ ਕੰਮ ਕਰਦਾ ਹੈ ਜਿੰਨਾ ਤੁਸੀਂ ਸੋਚਦੇ ਹੋ। ਜਦੋਂ ਵੀ ਤੁਹਾਡੇ ਵਿਚਾਰ ਪ੍ਰਵਾਹਿਤ ਹੁੰਦੇ ਹਨ, ਆਕਰਸ਼ਣ ਦਾ ਨਿਯਮ ਕੰਮ ਕਰਨ ਲੱਗਦਾ ਹੈ। ਜਦੋਂ ਤੁਸੀਂ ਅਤੀਤ ਬਾਰੇ ਸੋਚਦੇ ਹੋ ਤਾਂ ਆਕਰਸ਼ਣ ਦਾ ਨਿਯਮ ਕੰਮ ਕਰਨ ਲੱਗਦਾ ਹੈ। ਜਦੋਂ ਤੁਸੀਂ ਵਰਤਮਾਨ ਜਾਂ ਭਵਿੱਖ ਬਾਰੇ ਸੋਚਦੇ ਹੋ ਤਾਂ ਆਕਰਸ਼ਣ ਦਾ ਨਿਯਮ ਕੰਮ ਕਰਨ ਲੱਗਦਾ ਹੈ। ਇਹ ਇੱਕ ਨਾ ਖਤਮ ਹੋਣ ਵਾਲੀ ਪ੍ਰਕਿਰਿਆ ਹੈ। ਕੋਈ ਪੌਜ਼ ਬਟਨ ਨਹੀਂ, ਕੋਈ ਸਟਾਪ ਬਟਨ ਨਹੀਂ। ਤੁਹਾਡੇ ਵਿਚਾਰਾਂ ਵਾਂਗ ਇਹ ਵੀ ਹਮੇਸ਼ਾ ਸਕਰੀਏ ਰਹਿੰਦਾ ਹੈ, ਚਾਹੇ ਤੁਹਾਨੂੰ ਇਸ ਦਾ ਅਹਿਸਾਸ ਹੋਵੇ ਜਾਂ ਨਾ ਹੋਵੇ। ਅਸੀਂ ਜ਼ਿਆਦਾਤਰ ਸਮਾਂ ਸੋਚਦੇ ਰਹਿੰਦੇ ਹਾਂ।
ਜਦੋਂ ਤੁਸੀਂ ਕਿਸੇ ਨੂੰ ਬੋਲਦੇ ਜਾਂ ਸੁਣਦੇ ਹੋ ਤਾਂ ਵੀ ਤੁਸੀਂ ਸੋਚ ਰਹੇ ਹੁੰਦੇ ਹੋ। ਜਦੋਂ ਤੁਸੀਂ ਅਖਬਾਰ ਪੜ੍ਹਦੇ ਜਾਂ ਟੈਲੀਵਿਜ਼ਨ ਦੇਖਦੇ ਤਾਂ ਵੀ ਤੁਸੀਂ ਸੋਚ ਰਹੇ ਹੁੰਦੇ ਹੋ। ਜਦੋਂ ਤੁਸੀਂ ਅਤੀਤ ਦੀਆਂ ਘਟਨਾਵਾਂ ਨੂੰ ਯਾਦ ਕਰਦੇ ਤਾਂ ਵੀ ਤੁਸੀਂ ਸੋਚ ਰਹੇ ਹੁੰਦੇ ਹੋ। ਜਦੋਂ ਤੁਸੀਂ ਭਵਿੱਖ ਬਾਰੇ ਵਿਚਾਰ ਕਰਦੇ ਹੋ ਤਾਂ ਤੁਸੀਂ ਸੋਚ ਰਹੇ ਹੁੰਦੇ ਹੋ। ਜਦੋਂ ਤੁਸੀਂ ਕਾਰ ਚਲਾਉਂਦੇ ਹੋ ਤਾਂ ਸੋਚ ਰਹੇ ਹੁੰਦੇ ਹੋ। ਸਾਡੇ 'ਚੋਂ ਜ਼ਿਆਦਾਤਰ ਲੋਕਾਂ ਦਾ ਸੋਚਣਾ ਉਦੋਂ ਬੰਦ ਹੁੰਦਾ ਹੈ ਜਦੋਂ ਅਸੀਂ ਸੌਂ ਜਾਂਦੇ ਹਾਂ। ਬਹਰਹਾਲ ਨੀਂਦਰ 'ਚ ਵੀ ਆਕਰਸ਼ਣ ਦੀਆਂ ਸ਼ਕਤੀਆਂ ਸੌਣ ਤੋਂ ਪਹਿਲਾਂ ਦੇ ਸਾਡੇ ਆਖਰੀ ਵਿਚਾਰਾਂ 'ਤੇ ਕੰਮ ਕਰਦੀਆਂ ਹਨ। ਇਸ ਲਈ ਸੌਣ ਤੋਂ ਪਹਿਲਾਂ ਚੰਗੇ ਵਿਚਾਰ ਸੋਚੋ। ਮਾਈਕਲ ਬਰਨਾਲਡ ਬੈਕਵਿਥ। ਸਿਰਜਣਾ ਹਮੇਸ਼ਾ ਹੋ ਰਹੀ ਹੈ। ਜਦੋਂ ਵੀ ਕਿਸੇ ਵਿਅਕਤੀ ਦੇ ਮਨ 'ਚ ਕੋਈ ਵਿਚਾਰ ਆਉਂਦਾ ਹੈ, ਉਸ ਦੇ ਕੋਲ ਸੋਚਣ ਦਾ ਸਦੀਵੀ ਨਜ਼ਰੀਆ ਹੁੰਦਾ ਹੈ ਤਾਂ ਉਹ ਸਿਰਜਣਾ ਕਰ ਰਿਹਾ ਹੈ। ਉਹਨਾਂ ਵਿਚਾਰਾਂ ਨਾਲ ਕੋਈ ਚੀਜ਼ ਪ੍ਰਗਟ ਹੋਣ ਵਾਲੀ ਹੈ। ਤੁਸੀਂ ਇਸ ਵੇਲੇ ਜੋ ਸੋਚ ਰਹੇ ਹੋ ਉਸ ਨਾਲ ਤੁਸੀਂ ਆਪਣੇ ਜੀਵਨ ਦੀ ਰਚਨਾ ਕਰ ਰਹੇ ਹੋ। ਤੁਸੀਂ ਆਪਣੇ ਵਿਚਾਰਾਂ ਨਾਲ ਆਪਣੇ ਜੀਵਨ ਦਾ ਨਿਰਮਾਣ ਕਰ ਰਹੇ ਹੋ। ਕਿਉਂਕਿ ਤੁਸੀਂ ਹਮੇਸ਼ਾ ਸੋਚ ਰਹੇ ਹੋ, ਇਸ ਲਈ ਤੁਸੀਂ ਸਦਾ ਨਿਰਮਾਣ ਕਰ ਰਹੇ ਹੋ। ਤੁਸੀਂ ਜਿਸ ਦੇ ਬਾਰੇ ਸਭ ਤੋਂ ਜ਼ਿਆਦਾ ਸੋਚਦੇ ਹੋ ਜਾਂ ਜਿਸ ਤੇ ਸਭ ਤੋਂ ਜ਼ਿਆਦਾ ਧਿਆਨ ਕੇਂਦਰਿਤ ਕਰਦੇ ਹੋ ਉਹੀ ਤੁਹਾਡੇ ਜੀਵਨ ਵਿੱਚ ਪ੍ਰਗਟ ਹੋਵੇਗਾ। ਤੁਸੀਂ ਆਪਣੇ ਜੀਵਨ ਦੀ ਰਚਨਾ ਕਰਦੇ ਹੋ। ਤੁਸੀਂ ਜੋ ਬੀਜਿਆ ਹੈ ਉਹੀ ਕੱਟੋਗੇ। ਤੁਹਾਡੇ ਵਿਚਾਰ ਬੀਜ ਹਨ ਅਤੇ ਤੁਸੀਂ ਜਿਹੜੀ ਫਸਲ ਕੱਟੋਗੇ ਉਹ ਤੁਹਾਡੇ ਬੀਜਾਂ ਤੇ ਨਿਰਭਰ ਕਰੇਗੀ। ਜੇਕਰ ਤੁਸੀਂ ਸ਼ਿਕਾਇਤ ਕਰ ਰਹੇ ਹੋ ਤਾਂ ਆਕਰਸ਼ਣ ਦਾ ਨਿਯਮ ਪ੍ਰਬਲਤਾ ਨਾਲ ਕੰਮ ਕਰਕੇ ਤੁਹਾਡੇ ਜੀਵਨ 'ਚ ਇਹੋ ਜਿਹੀਆਂ ਹੋਰ ਜ਼ਿਆਦਾ ਸਥਿਤੀਆਂ ਲੈ ਆਵੇਗਾ ਜਿਨ੍ਹਾਂ ਨਾਲ ਤੁਹਾਨੂੰ ਸ਼ਿਕਾਇਤ ਹੋਵੇਗੀ। ਜੇਕਰ ਤੁਸੀਂ ਕਿਸੇ ਦੀ ਵੇਦਨਾ ਇਕਾਗਰਤਾ ਨਾਲ ਸੁਣ ਰਹੇ ਹੋ, ਉਸ ਨਾਲ ਹਮਦਰਦੀ ਰੱਖ ਰਹੇ ਹੋ, ਉਸ ਨਾਲ ਸਹਿਮਤ ਹੋ ਰਹੇ ਹੋ ਤਾਂ ਉਸੇ ਪਲ ਤੁਸੀਂ ਆਪਣੇ ਵੱਲ ਇਹੋ ਜਿਹੀਆਂ ਸਥਿਤੀਆਂ ਨੂੰ ਆਕਰਸ਼ਿਤ ਕਰ ਰਹੇ ਹੋ ਜਿਨ੍ਹਾਂ ਬਾਰੇ ਤੁਸੀਂ ਵੀ ਚਿੰਤਾ ਵਿਅਕਤ ਕਰੋਗੇ। ਤੁਹਾਡੇ ਵਿਚਾਰ ਜਿਸ ਚੀਜ਼ ਤੇ ਕੇਂਦਰਿਤ ਹੁੰਦੇ ਹਨ, ਇਹ ਨਿਯਮ ਤੁਹਾਡੇ ਵੱਲ ਠੀਕ ਉਹ ਚੀਜ਼ ਪ੍ਰਸਾਰਿਤ ਤੇ ਪ੍ਰਗਟ ਕਰਦਾ ਹੈ। ਇਸ ਸ਼ਸਤਰ ਗਿਆਨ ਨਾਲ ਤੁਸੀਂ ਆਪਣੇ ਸੋਚਣ ਦਾ ਤਰੀਕਾ ਬਦਲ ਸਕਦੇ ਹੋ। ਇਸ ਤਰ੍ਹਾਂ ਆਪਣੇ ਜੀਵਨ ਦੀ ਹਰ ਸਥਿਤੀ ਅਤੇ ਹਰ ਘਟਨਾ ਨੂੰ ਪੂਰੀ ਤਰ੍ਹਾਂ ਬਦਲ ਸਕਦੇ ਹੋ। ਬਿਲ ਹੈਰਿਸ, ਸਿੱਖਿਅਕ ਤੇ ਰਿਸਰਚ ਇੰਸਟੀਚਿਊਟ ਦੇ ਮੋਢੀ। ਮੇਰਾ ਰੋਬਰਟ ਨਾਂ ਦਾ ਇੱਕ ਵਿਦਿਆਰਥੀ ਸੀ ਜਿਹੜਾ ਮੇਰੀ ਇੱਕ ਆਨਲਾਈਨ ਕੋਰਸ ਕਰ ਰਿਹਾ ਸੀ ਅਤੇ ਈਮੇਲ ਨਾਲ ਮੇਰੇ ਨਾਲ ਸੰਪਰਕ ਕਰ ਸਕਦਾ ਸੀ। ਰੋਬਰਟ ਸਿਮਲਿੰਗੀ ਸੀ। ਉਸਨੇ ਈਮੇਲਾਂ 'ਚ ਮੈਨੂੰ ਆਪਣੇ ਜੀਵਨ ਦੀ ਭਿਅੰਕਰ ਸੱਚਾਈ ਦੱਸੀ। ਕੰਪਨੀ 'ਚ ਉਸ ਨਾਲ ਕੰਮ ਕਰਨ ਵਾਲੇ ਲੋਕ ਉਸ ਨੂੰ ਸਮੂਹਿਕ ਤੌਰ 'ਤੇ ਸਤਾਉਂਦੇ ਸਨ। ਉਹ ਬੜੇ ਤਣਾਅ ਵਿੱਚ ਰਹਿੰਦਾ ਸੀ ਕਿਉਂਕਿ ਉਹ ਉਸ ਦੇ ਨਾਲ ਬਹੁਤ ਭੈੜਾ ਸਲੂਕ ਕਰਦੇ ਸਨ। ਜਦੋਂ ਉਹ ਸੜਕ 'ਤੇ ਚੱਲਦਾ ਸੀ ਤਾਂ ਉਸ ਨੂੰ ਹੋਮੋਫੋਬਿਕ ਲੋਕ ਘੇਰ ਲੈਂਦੇ ਸਨ ਜਿਹੜੇ ਕਿਸੇ ਤਰ੍ਹਾਂ ਉਸ ਦਾ ਅਪਮਾਨ ਕਰਨਾ ਚਾਹੁੰਦੇ ਸਨ। ਉਹ ਸਟੈਂਡ-ਅਪ ਕਮੇਡੀਅਨ ਬਣਨਾ ਚਾਹੁੰਦਾ ਸੀ ਅਤੇ ਜਦੋਂ ਉਹ ਸਟੈਂਡ-ਅਪ ਕਮੇਡੀ ਕਰਦਾ ਤਾਂ ਸਿਮਲਿੰਗੀ ਹੋਣ ਕਾਰਨ ਉਸ ਨੂੰ ਹਰ ਕੋਈ ਸਤਾਉਣ ਲੱਗਦਾ। ਉਸ ਦਾ ਜੀਵਨ ਬਹੁਤੇ ਦੁੱਖਾਂ ਤੇ ਤਕਲੀਫਾਂ ਨਾਲ ਭਰਿਆ ਪਿਆ ਸੀ। ਉਸ ਤੇ ਹੋਣ ਵਾਲੇ ਸਾਰੇ ਹਮਲੇ ਉਸ ਦੇ ਸਿਮਲਿੰਗੀ ਹੋਣ ਤੇ ਹੀ ਕੇਂਦਰਿਤ ਹਨ। ਮੈਂ ਉਸ ਨੂੰ ਦੱਸਿਆ ਕਿ ਉਹ ਉਹਨਾਂ ਚੀਜ਼ਾਂ ਤੇ ਧਿਆਨ ਕੇਂਦਰਿਤ ਕਰ ਰਿਹਾ ਹੈ ਜਿਨ੍ਹਾਂ ਨੂੰ ਉਹ ਨਹੀਂ ਚਾਹੁੰਦਾ। ਮੈਂ ਉਸ ਨੂੰ ਉਸ ਦਾ ਈਮੇਲ ਫਾਰਵਰਡ ਕਰਕੇ ਕਿਹਾ, ਇਸ ਨੂੰ ਦੁਬਾਰਾ ਪੜ੍ਹੋ। ਤੂੰ ਮੈਨੂੰ ਉਹ ਸਾਰੀ ਚੀਜ਼ਾਂ ਦੱਸ ਰਿਹਾ ਹੈ ਜਿਹੜੀ ਤੁਸੀਂ ਨਹੀਂ ਚਾਹੁੰਦੇ। ਮੈਂ ਜਾਣਦਾ ਹਾਂ ਕਿ ਇਸ ਬਾਰੇ ਤੁਹਾਡੀ ਭਾਵਨਾ ਬੜੀ ਪ੍ਰਬਲ ਹਨ ਅਤੇ ਜਦੋਂ ਕੋਈ ਵਿਅਕਤੀ ਕਿਸੇ ਚੀਜ਼ ਤੇ ਬਹੁਤ ਜੋਸ਼ ਨਾਲ ਧਿਆਨ ਕੇਂਦਰਿਤ ਕਰਦਾ ਹੈ ਤਾਂ ਉਹ ਚੀਜ਼ ਜ਼ਿਆਦਾ ਛੇਤੀ ਹੁੰਦੀ ਹੈ। ਉਸ ਨੇ ਇਸ ਨਿਯਮ ਦਾ ਪਾਲਣ ਕਰਦੇ ਹੋਏ ਇਹ ਫੈਸਲਾ ਕੀਤਾ ਕਿ ਉਹ ਉਸੇ ਚੀਜ਼ ਤੇ ਧਿਆਨ ਕੇਂਦਰਿਤ ਕਰੇਗਾ ਜਿਸ ਨੂੰ ਉਹ ਚਾਹੁੰਦਾ ਹੈ। ਉਸ ਨੇ ਸੱਚਮੁੱਚ ਇਸ ਦੀ ਕੋਸ਼ਿਸ਼ ਕੀਤੀ। ਅਗਲੇ 6 ਤੋਂ 8 ਹਫ਼ਤਿਆਂ 'ਚ ਜੋ ਕੁਝ ਹੋਇਆ ਉਹ ਚਮਤਕਾਰ ਤੋਂ ਘੱਟ ਨਹੀਂ ਸੀ। ਆਫਿਸ ਦੇ ਜਿਹੜੇ ਸਹਿਕਰਮੀ ਉਸ ਨੂੰ ਪਰੇਸ਼ਾਨ ਕਰਦੇ ਸਨ ਉਹਨਾਂ ਦਾ ਜਾਂ ਤਾਂ ਕਿਸੇ ਹੋਰ ਦੂਜੇ ਵਿਭਾਗ ਵਿੱਚ ਤਬਾਦਲਾ ਹੋ ਗਿਆ ਜਾਂ ਉਹਨਾਂ ਨੇ ਕੰਪਨੀ ਛੱਡ ਦਿੱਤੀ ਜਾਂ ਉਸ ਨੂੰ ਪਰੇਸ਼ਾਨ ਕਰਨਾ ਛੱਡ ਦਿੱਤਾ। ਹੁਣ ਉਸ ਨੂੰ ਆਪਣੇ ਕੰਮ ਵਿੱਚ ਮਜ਼ਾ ਆਉਣ ਲੱਗਾ। ਹੁਣ ਸੜਕ 'ਤੇ ਚੱਲਣ ਵੇਲੇ ਉਸ ਨੂੰ ਕੋਈ ਨਹੀਂ ਸਤਾਉਂਦਾ। ਉਹ ਲੋਕ ਉੱਥੇ ਸਨ ਹੀ ਨਹੀਂ। ਜਦੋਂ ਉਹ ਸਟੈਂਡ-ਅਪ ਕਮੇਡੀ ਕਰਦਾ ਤਾਂ ਲੋਕੀ ਤਾੜੀਆਂ ਵਜਾਉਂਦੇ ਅਤੇ ਕੋਈ ਉਸ ਨੂੰ ਤੰਗ ਨਹੀਂ ਕਰਦਾ ਸੀ। ਉਸ ਦੀ ਜ਼ਿੰਦਗੀ ਇਸ ਲਈ ਬਦਲ ਗਈ ਕਿਉਂਕਿ ਉਸ ਨੇ ਆਪਣੀ ਮਨ ਭਾਉਂਦੀਆਂ ਚੀਜ਼ਾਂ 'ਤੇ ਧਿਆਨ ਕੇਂਦਰਿਤ ਕੀਤਾ ਅਤੇ ਉਹਨਾਂ ਚੀਜ਼ਾਂ 'ਤੇ ਧਿਆਨ ਕੇਂਦਰਿਤ ਕਰਨਾ ਛੱਡ ਦਿੱਤਾ ਜਿਨ੍ਹਾਂ ਨੂੰ ਉਹ ਨਹੀਂ ਸੀ ਚਾਹੁੰਦਾ, ਜਿਨ੍ਹਾਂ ਕੋਲੋਂ ਉਹ ਡਰਦਾ ਸੀ ਜਾਂ ਜਿਨ੍ਹਾਂ ਕੋਲੋਂ ਉਹ ਬਚਣਾ ਚਾਹੁੰਦਾ ਸੀ। ਰੋਬਰਟ ਦੀ ਜ਼ਿੰਦਗੀ ਇਸ ਲਈ ਬਦਲ ਗਈ ਕਿਉਂਕਿ ਉਸ ਨੇ ਆਪਣੇ ਵਿਚਾਰਾਂ ਨੂੰ ਬਦਲ ਲਿਆ। ਉਸ ਨੇ ਬ੍ਰਹਿਮੰਡ 'ਚ ਇੱਕ ਵੱਖਰੀ ਹੀ ਫ੍ਰੀਕੁਐਂਸੀ ਭੇਜੀ। ਬ੍ਰਹਿਮੰਡ ਨੂੰ ਨਵੀਂ ਫ੍ਰੀਕੁਐਂਸੀ ਅਨੁਸਾਰ ਤਸਵੀਰਾਂ ਦੇਣੀਆਂ ਹੀ ਸਨ, ਚਾਹੇ ਸਥਿਤੀ ਕਿੰਨੀ ਵੀ ਅਸੰਭਵ ਦਿਖੇ।
ਰੌਬਰਟ ਦੇ ਨਵੇਂ ਵਿਚਾਰਾਂ ਕਾਰਨ ਉਸ ਦੀ ਫ੍ਰੀਕੁਐਂਸੀ ਬਦਲ ਗਈ ਅਤੇ ਉਸ ਦੀ ਜ਼ਿੰਦਗੀ ਦੀਆਂ ਤਸਵੀਰਾਂ ਵੀ। ਤੁਹਾਡੀ ਜ਼ਿੰਦਗੀ ਤੁਹਾਡੇ ਹੱਥ 'ਚ ਹੈ। ਤੁਸੀਂ ਇਸ ਵਕਤ ਚਾਹੇ ਜਿੱਥੇ ਹੋਵੋ, ਤੁਹਾਡੇ ਜੀਵਨ 'ਚ ਭਾਵੇਂ ਜੋ ਕੁਝ ਹੋਇਆ ਹੋਵੇ, ਤੁਸੀਂ ਇਸੇ ਵਕਤ ਆਪਣੇ ਵਿਚਾਰ ਬਦਲ ਕੇ ਆਪਣੀ ਜ਼ਿੰਦਗੀ ਬਦਲ ਸਕਦੇ ਹੋ। ਨਿਰਾਸ਼ਾਜਨਕ ਸਥਿਤੀ ਵਰਗੀ ਕੋਈ ਚੀਜ਼ ਨਹੀਂ ਹੁੰਦੀ। ਤੁਹਾਡੀ ਜ਼ਿੰਦਗੀ ਦੀ ਹਰ ਸਥਿਤੀ ਬਦਲ ਸਕਦੀ ਹੈ। ਤੁਹਾਡੇ ਮਸਤਿਸ਼ਕ ਦੀ ਸ਼ਕਤੀ। ਮਾਈਕਲ ਬਰਨਾਰਡ ਬੈਕਵਿਥ। ਤੁਸੀਂ ਉਹਨਾਂ ਪ੍ਰਬਲ ਵਿਚਾਰਾਂ ਨੂੰ ਆਕਰਸ਼ਿਤ ਕਰਦੇ ਹੋ ਜਿਨ੍ਹਾਂ ਨੂੰ ਤੁਸੀਂ ਆਪਣੀ ਜਾਗਰੂਕਤਾ 'ਚ ਰੱਖਦੇ ਹੋ, ਚਾਹੇ ਉਹ ਵਿਚਾਰ ਚੇਤਨ ਹੋਣ ਜਾਂ ਅਚੇਤਨ। ਇਹੀ ਮੁੱਢਲੀ ਗੱਲ ਹੈ। ਤੁਸੀਂ ਅੱਜ ਤੋਂ ਪਹਿਲਾਂ ਆਪਣੇ ਵਿਚਾਰਾਂ ਬਾਰੇ ਜਾਗਰੂਕ ਹੋਵੋ ਜਾਂ ਨਾ, ਲੇਕਿਨ ਹੁਣ ਤਾਂ ਤੁਸੀਂ ਜਾਗਰੂਕ ਹੋ ਚੁੱਕੇ ਹੋ। ਜਦੋਂ ਤੁਸੀਂ ਰਹੱਸ ਬਾਰੇ ਜਾਣ ਚੁੱਕੇ ਹੋ ਅਤੇ ਡੂੰਘੀ ਨੀਂਦਰ ਤੋਂ ਜਾਗ ਰਹੇ ਹੋ, ਹੁਣ ਤੁਸੀਂ ਜਾਗਰੂਕ ਬਣ ਰਹੇ ਹੋ। ਗਿਆਨ ਬਾਰੇ, ਨਿਯਮ ਬਾਰੇ, ਉਸ ਸ਼ਕਤੀ ਬਾਰੇ ਜਿਹੜੀ ਤੁਹਾਡੇ ਵਿਚਾਰਾਂ 'ਚ ਹੈ। ਡਾਕਟਰ ਜੌਨ ਡੇ ਮਾਰਟਿਨੀ। ਬਹੁਤ ਧਿਆਨ ਨਾਲ ਦੇਖਣ ਤੇ ਤੁਸੀਂ ਪਾਓਗੇ ਕਿ ਉਹ ਰਹੱਸ ਯਾਨੀ ਸਾਡੇ ਦਿਮਾਗ ਤੇ ਇਰਾਦਿਆਂ ਦੀ ਸ਼ਕਤੀ ਰੋਜ਼ਾਨਾ ਦੀ ਜ਼ਿੰਦਗੀ 'ਚ ਚਾਰੇ ਪਾਸੇ ਮੌਜੂਦ ਹੈ। ਸਾਨੂੰ ਤਾਂ ਬਸ ਆਪਣੀਆਂ ਅੱਖਾਂ ਖੋਲ੍ਹ ਕੇ ਦੇਖਣਾ ਹੀ ਹੈ। ਲੀਸਾ ਨਿਕੋਲਸ। ਤੁਸੀਂ ਆਕਰਸ਼ਣ ਦੇ ਨਿਯਮ ਨੂੰ ਹਰ ਥਾਂ ਦੇਖ ਸਕਦੇ ਹੋ। ਤੁਸੀਂ ਹਰ ਚੀਜ਼ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਹੇ ਹੋ। ਆਲੇ ਦੁਆਲੇ ਦੇ ਲੋਕ, ਨੌਕਰੀ, ਪ੍ਰਸਥਿਤੀਆਂ, ਸਿਹਤ, ਦੌਲਤ, ਕਰਜ਼, ਖੁਸ਼ੀ, ਤੁਹਾਡੀ ਕਾਰ, ਤੁਹਾਡਾ ਸਮਾਜ ਜਾਂ ਬਰਾਦਰੀ, ਅਤੇ ਤੁਸੀਂ ਇਹਨਾਂ ਸਾਰਿਆਂ ਨੂੰ ਚੁੰਬਕ ਵਾਂਗ ਆਪਣੇ ਵੱਲ ਖਿੱਚਿਆ ਹੈ। ਤੁਸੀਂ ਜਿਸ ਬਾਰੇ ਸੋਚਦੇ ਹੋ ਉਸ ਨੂੰ ਹਕੀਕਤ 'ਚ ਬਦਲ ਦਿੰਦੇ ਹੋ। ਤੁਹਾਡਾ ਸਾਰਾ ਜੀਵਨ ਤੁਹਾਡੇ ਦਿਮਾਗ 'ਚ ਘੁੰਮਣ ਵਾਲੇ ਵਿਚਾਰਾਂ ਦਾ ਪ੍ਰਗਟਾਵਾ ਹੈ। ਇਹ ਬ੍ਰਹਿਮੰਡ ਬਣਾਉਂਦਾ ਹੈ, ਹਟਾਉਂਦਾ ਨਹੀਂ। ਕੋਈ ਚੀਜ਼ ਆਕਰਸ਼ਣ ਦੇ ਨਿਯਮ ਤੋਂ ਪਰੇ ਨਹੀਂ ਹੈ। ਤੁਹਾਡੀ ਜ਼ਿੰਦਗੀ ਤੁਹਾਡੇ ਪ੍ਰਬਲ ਵਿਚਾਰਾਂ ਦਾ ਆਇਨਾ ਹੈ। ਇਸ ਧਰਤੀ ਤੇ ਮੌਜੂਦ ਸਾਰੇ ਜੀਵਤ ਪ੍ਰਾਣੀ ਆਕਰਸ਼ਣ ਦੇ ਨਿਯਮ ਰਾਹੀਂ ਕੰਮ ਕਰਦੇ ਹਨ। ਇਨਸਾਨਾਂ ਕੋਲ ਦਿਮਾਗ ਹੈ, ਵਿਵੇਕ ਹੈ। ਉਹ ਆਪਣੀ ਸੁਤੰਤਰ ਇੱਛਾ ਦਾ ਪ੍ਰਯੋਗ ਕਰ ਆਪਣੇ ਵਿਚਾਰ ਚੁਣ ਸਕਦੇ ਹਨ। ਉਹਨਾਂ ਕੋਲ ਨਿਰਣੇ ਕਰਨ ਤੇ ਆਪਣੇ ਮਾਨਸਿਕ ਵਿਚਾਰਾਂ ਨਾਲ ਜੀਵਨ ਦੀ ਸਿਰਜਣਾ ਕਰਨ ਦੀ ਸ਼ਕਤੀ ਹੁੰਦੀ ਹੈ। ਡਾਕਟਰ ਫਰੇਡ ਏਲਨ ਵੋਲਫ। ਮੈਂ ਖਿਆਲੀ ਪੁਲਾਅ ਜਾਂ ਖਿਆਲੀ ਪਾਗਲਪਨ ਦੇ ਨਜ਼ਰੀਏ ਨਾਲ ਤੁਹਾਨੂੰ ਇਹ ਗੱਲ ਨਹੀਂ ਕਹਿ ਰਿਹਾ। ਮੈਂ ਇਹ ਗੱਲ ਜ਼ਿਆਦਾ ਡੂੰਘੀ ਤੇ ਬੁਨਿਆਦੀ ਸੋਝੀ ਨਾਲ ਕਹਿ ਰਿਹਾ ਹਾਂ। ਕੁਆਰਟਸ ਫਿਜ਼ਿਕਸ ਇਸ ਖੋਜ ਵੱਲ ਸੱਚਮੁੱਚ ਇਸ਼ਾਰਾ ਕਰ ਰਿਹਾ ਹੈ। ਇਸ ਦਾ ਕਹਿਣਾ ਹੈ ਮਸਤਿਸ਼ਕ ਦੇ ਬਿਨਾਂ ਤੁਹਾਡੇ ਕੋਲ ਬ੍ਰਹਿਮੰਡ ਹੋ ਹੀ ਨਹੀਂ ਸਕਦਾ, ਅਤੇ ਮਸਤਿਸ਼ਕ ਦਰਅਸਲ ਉਸ ਚੀਜ਼ ਨੂੰ ਆਕਾਰ ਦੇ ਰਿਹਾ ਹੈ ਜਿਸ ਬਾਰੇ ਸੋਚਿਆ ਜਾ ਰਿਹਾ ਹੈ। ਜੇਕਰ ਤੁਸੀਂ ਬ੍ਰਹਿਮੰਡ ਦੇ ਸਭ ਤੋਂ ਸ਼ਕਤੀਸ਼ਾਲੀ ਟਰਾਂਸਮਿਸ਼ਨ ਟਾਵਰ ਬਣਾਉਣ ਦੀ ਉਪਮਾ ਬਾਰੇ ਸੋਚੋ ਤਾਂ ਤੁਹਾਨੂੰ ਡਾਕਟਰ ਵੋਲਫ ਦੇ ਸ਼ਬਦਾਂ 'ਚ ਉਸ ਦੀ ਝਲਕ ਨਜ਼ਰ ਆਵੇਗੀ। ਤੁਹਾਡਾ ਮਸਤਿਸ਼ਕ ਜਿਹੋ ਜਿਹੇ ਵਿਚਾਰ ਸੋਚਦਾ ਹੈ, ਤਿਹੋ ਜਿਹੀ ਤਸਵੀਰ ਜ਼ਿੰਦਗੀ ਦੇ ਅਨੁਭਵਾਂ ਦੇ ਰੂਪ 'ਚ ਤੁਹਾਡੇ ਵੱਲ ਪ੍ਰਸਾਰਿਤ ਹੁੰਦੀਆਂ ਹਨ। ਤੁਸੀਂ ਆਪਣੇ ਵਿਚਾਰਾਂ ਨਾਲ ਨਾ ਕੇਵਲ ਆਪਣੇ ਜੀਵਨ ਦੀ ਸਿਰਜਣਾ ਕਰਦੇ ਹੋ, ਬਲਕਿ ਵਿਸ਼ਵ ਦੇ ਨਿਰਮਾਣ 'ਚ ਵੀ ਪ੍ਰਬਲ ਯੋਗਦਾਨ ਦਿੰਦੇ ਹੋ। ਜੇਕਰ ਤੁਸੀਂ ਸੋਚਦੇ ਹੋ ਕਿ ਤੁਸੀਂ ਮਹੱਤਵਹੀਨ ਹੋ ਤੇ ਇਸ ਦੁਨੀਆ 'ਚ ਤੁਹਾਡੇ ਕੋਲ ਥੋੜੀ ਜਿਹੀ ਵੀ ਸ਼ਕਤੀ ਨਹੀਂ ਹੈ, ਤਾਂ ਦੁਬਾਰਾ ਸੋਚ ਲਵੋ। ਸੱਚ ਤਾਂ ਇਹ ਹੈ ਕਿ ਤੁਹਾਡਾ ਮਸਤਿਸ਼ਕ ਤੁਹਾਡੇ ਆਲੇ ਦੁਆਲੇ ਦੀ ਦੁਨੀਆ ਨੂੰ ਆਕਾਰ ਦੇ ਰਿਹਾ ਹੈ। ਪਿਛਲੇ 80 ਸਾਲਾਂ 'ਚ ਕੁਆਰਟਸ ਭੌਤਿਕ ਸ਼ਾਸਤਰੀਆਂ ਨੇ ਚਮਤਕਾਰੀ ਕੰਮਾਂ ਤੇ ਖੋਜਾਂ ਕਾਰਨ ਹੁਣ ਅਸੀਂ ਉਹ ਮਾਨਵੀ ਮਸਤਿਸ਼ਕ ਦੀ ਅਸੀਮਤ ਸਿਰਜਣਾਤਮਕ ਸ਼ਕਤੀ ਨੂੰ ਜ਼ਿਆਦਾ ਚੰਗੀ ਤਰ੍ਹਾਂ ਸਮਝ ਚੁੱਕੇ ਹਾਂ। ਉਹਨਾਂ ਦੇ ਨਤੀਜੇ ਵਿਸ਼ਵ ਦੇ ਮਹਾਨਤਮ ਚਿੰਤਕਾਂ ਦੇ ਸ਼ਬਦਾਂ ਦੇ ਅਨੁਰੂਪ ਹਨ, ਜਿਨ੍ਹਾਂ 'ਚ ਕਾਰਨੇਗੀ, ਐਮਰਸਨ, ਸ਼ੇਕਸਪੀਅਰ, ਬੇਕਨ, ਕ੍ਰਿਸ਼ਨ ਅਤੇ ਬੁੱਧ ਸ਼ਾਮਿਲ ਹਨ। ਬੌਬ ਪ੍ਰੋਕਟਰ। ਜੇਕਰ ਤੁਸੀਂ ਇਸ ਨਿਯਮ ਨੂੰ ਨਹੀਂ ਸਮਝਦੇ ਹੋ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਇਸ ਨੂੰ ਅਪਰਵਾਨ ਕਰ ਦੇਣਾ ਚਾਹੀਦਾ ਹੈ। ਹੋ ਸਕਦਾ ਹੈ ਤੁਸੀਂ ਬਿਜਲੀ ਨੂੰ ਨਹੀਂ ਸਮਝਦੇ ਹੋਵੋ, ਲੇਕਿਨ ਇਸ ਦੇ ਬਾਵਜੂਦ ਤੁਸੀਂ ਉਸ ਤੋਂ ਪ੍ਰਾਪਤ ਲਾਭਾਂ ਦਾ ਆਨੰਦ ਮਾਣਦੇ ਹੋ। ਮੈਂ ਨਹੀਂ ਜਾਣਦਾ ਕਿ ਬਿਜਲੀ ਕਿਵੇਂ ਕੰਮ ਕਰਦੀ ਹੈ, ਲੇਕਿਨ ਮੈਂ ਇਹ ਗੱਲ ਜਾਣਦਾ ਹਾਂ ਤੁਸੀਂ ਬਿਜਲੀ ਨਾਲ ਕਿਸੇ ਇਨਸਾਨ ਦਾ ਡਿਨਰ ਤਿਆਰ ਕਰ ਸਕਦੇ ਹੋ ਅਤੇ ਤੁਸੀਂ ਉਸ ਇਨਸਾਨ ਨੂੰ ਵੀ ਪਕਾ ਸਕਦੇ ਹੋ। ਮਾਈਕਲ ਬਰਨਾਰਡ ਬੈਕਵਿਥ। ਅਕਸਰ ਇਸ ਮਹਾਨ ਰਹੱਸ ਨੂੰ ਸਮਝਣ ਤੋਂ ਬਾਅਦ ਲੋਕ ਇਸ ਗੱਲ ਨਾਲ ਘਬਰਾ ਜਾਂਦੇ ਹਨ ਕਿ ਉਹਨਾਂ ਕੋਲ ਕਿੰਨੇ ਸਾਰੇ ਨਕਾਰਾਤਮਕ ਵਿਚਾਰ ਹਨ। ਉਹਨਾਂ ਨੂੰ ਜਾਣ ਲੈਣਾ ਚਾਹੀਦਾ ਹੈ ਕਿ ਬਤੌਰ ਵਿਗਿਆਨਕ ਇਹ ਸਾਬਤ ਹੋ ਚੁੱਕਿਆ ਹੈ ਕਿ ਸਕਾਰਾਤਮਕ ਵਿਚਾਰ ਨਕਾਰਾਤਮਕ ਵਿਚਾਰ ਨਾਲੋਂ ਸੈਂਕੜੇ ਗੁਣਾ ਜ਼ਿਆਦਾ ਸ਼ਕਤੀਸ਼ਾਲੀ ਹੁੰਦੇ ਹਨ। ਇਹ ਜਾਣਨ ਤੋਂ ਬਾਅਦ ਲੋਕਾਂ ਦੀ ਚਿੰਤਾ ਕਾਫੀ ਘੱਟ ਹੋ ਜਾਂਦੀ ਹੈ। ਸੱਚਾਈ ਤੇ ਇਹ ਹੈ ਕਿ ਤੁਹਾਡੇ ਜੀਵਨ 'ਚ ਕੋਈ ਨਕਾਰਾਤਮਕ ਚੀਜ਼ ਲਿਆਉਣ ਲਈ ਬਹੁਤੇ ਨਕਾਰਾਤਮਕ ਵਿਚਾਰ ਅਤੇ
ਲਗਾਤਾਰ ਨਕਾਰਾਤਮਕ ਸੋਚ ਦੀ ਲੋੜ ਹੁੰਦੀ ਹੈ। ਬਹਰਹਾਲ ਜੇਕਰ ਤੁਸੀਂ ਲੰਮੇ ਸਮੇਂ ਤੱਕ ਨਕਾਰਾਤਮਕ ਵਿਚਾਰ ਸੋਚਦੇ ਹੋ ਤਾਂ ਤੁਹਾਡੇ ਜੀਵਨ 'ਚ ਪ੍ਰਗਟ ਹੋ ਜਾਣਗੇ। ਜੇਕਰ ਤੁਸੀਂ ਨਕਾਰਾਤਮਕ ਵਿਚਾਰਾਂ ਬਾਰੇ ਚਿੰਤਾ ਕਰੋਗੇ ਤਾਂ ਤੁਸੀਂ ਆਪਣੇ ਨਕਾਰਾਤਮਕ ਵਿਚਾਰਾਂ ਬਾਰੇ ਹੋਰ ਜ਼ਿਆਦਾ ਚਿੰਤਾਵਾਂ ਨੂੰ ਆਕਰਸ਼ਿਤ ਕਰੋਗੇ ਅਤੇ ਉਹਨਾਂ ਨੂੰ ਕਈ ਗੁਣਾ ਵਧਾ ਲਵੋਗੇ। ਇਸੇ ਵੇਲੇ ਫੈਸਲਾ ਕਰੋ ਕਿ ਤੁਸੀਂ ਸਿਰਫ ਚੰਗੇ ਵਿਚਾਰ ਹੀ ਸੋਚੋਗੇ। ਇਸੇ ਵਕਤ ਬ੍ਰਹਿਮੰਡ ਦੇ ਸਾਹਮਣੇ ਐਲਾਨ ਕਰੋ ਕਿ ਤੁਹਾਡੇ ਸਾਰੇ ਚੰਗੇ ਵਿਚਾਰ ਸ਼ਕਤੀਸ਼ਾਲੀ ਹਨ ਅਤੇ ਸਾਰੇ ਨਕਾਰਾਤਮਕ ਵਿਚਾਰ ਕਮਜ਼ੋਰ ਹਨ। ਲੀਸਾ ਨਿਕੋਲਸ। ਰੱਬ ਦਾ ਸ਼ੁਕਰ ਹੈ ਕਿ ਵਿਚਾਰ ਆਉਣ ਅਤੇ ਉਹਨਾਂ ਦੇ ਸਾਕਾਰ ਹੋਣ ਵਿਚਕਾਰ ਫਾਸਲਾ ਹੁੰਦਾ ਹੈ ਤੇ ਸਮਾਂ ਲੱਗਦਾ ਹੈ। ਸ਼ੁਕਰ ਹੈ ਕਿ ਤੁਹਾਡੇ ਸਾਰੇ ਵਿਚਾਰ ਫੌਰਨ ਸੱਚ ਨਹੀਂ ਹੋ ਜਾਂਦੇ। ਜੇਕਰ ਇਸ ਤਰ੍ਹਾਂ ਹੁੰਦਾ ਤਾਂ ਅਸੀਂ ਬੜੀ ਮੁਸ਼ਕਲ ਵਿੱਚ ਪੈ ਜਾਂਦੇ। ਸਮਾਂ ਲੱਗਣ ਤੇ ਦੇਰ ਹੋਣ ਕਾਰਨ ਤੁਹਾਨੂੰ ਫਾਇਦਾ ਹੁੰਦਾ ਹੈ। ਇਸ ਨਾਲ ਤੁਹਾਨੂੰ ਦੁਬਾਰਾ ਸਮਝਣ, ਆਪਣੀ ਮਨਚਾਹੀ ਚੀਜ਼ ਬਾਰੇ ਸੋਚਣ ਅਤੇ ਇੱਕ ਨਵਾਂ ਵਿਕਲਪ ਚੁਣਨ ਦਾ ਮੌਕਾ ਮਿਲਦਾ ਹੈ। ਆਪਣੇ ਜੀਵਨ ਦਾ ਨਿਰਮਾਣ ਕਰਨ ਦੀ ਸਾਰੀ ਸ਼ਕਤੀ ਤੁਹਾਡੇ ਕੋਲ ਮੌਜੂਦ ਹੈ ਕਿਉਂਕਿ ਇਸ ਵੇਲੇ ਤੁਸੀਂ ਇਹੀ ਸੋਚ ਰਹੇ ਹੋ। ਜੇਕਰ ਤੁਹਾਡੇ ਮਨ ਵਿੱਚ ਨਕਾਰਾਤਮਕ ਵਿਚਾਰ ਹੋਣ ਜਿਨ੍ਹਾਂ ਦੇ ਸਾਕਾਰ ਹੋਣ ਨਾਲ ਤੁਹਾਨੂੰ ਕੋਈ ਮੁਨਾਫਾ ਨਹੀਂ ਹੋਵੇਗਾ ਤਾਂ ਤੁਸੀਂ ਇਸੇ ਵੇਲੇ ਆਪਣੇ ਵਿਚਾਰਾਂ ਨੂੰ ਬਦਲ ਸਕਦੇ ਹੋ। ਤੁਸੀਂ ਆਪਣੇ ਪੁਰਾਣੇ ਵਿਚਾਰਾਂ ਨੂੰ ਮਿਟਾ ਕੇ ਉਹਨਾਂ ਦੀ ਥਾਂ ਚੰਗੇ ਵਿਚਾਰਾਂ ਨੂੰ ਰੱਖ ਸਕਦੇ ਹੋ। ਸਮਾਂ ਮਿਲਣ ਤੇ ਤੁਹਾਨੂੰ ਫਾਇਦਾ ਹੁੰਦਾ ਹੈ ਕਿਉਂਕਿ ਤੁਸੀਂ ਇਸ ਦੌਰਾਨ ਨਵੇਂ ਵਿਚਾਰ ਸੋਚ ਸਕਦੇ ਹੋ ਅਤੇ ਨਵੀਂ ਫ੍ਰੀਕੁਐਂਸੀ ਪ੍ਰਸਾਰਿਤ ਕਰ ਸਕਦੇ ਹੋ। ਇਸੇ ਵਕਤ ਡਾਕਟਰ ਜੋ ਵਿਟਾਲ। ਆਪਣੇ ਵਿਚਾਰਾਂ ਬਾਰੇ ਜਾਗਰੂਕ ਬਣੋ। ਆਪਣੇ ਵਿਚਾਰਾਂ ਨੂੰ ਸਾਵਧਾਨੀ ਨਾਲ ਚੁਣੋ ਤੇ ਇਸ ਪ੍ਰਕਿਰਿਆ ਦਾ ਆਨੰਦ ਮਾਣੋ ਕਿਉਂਕਿ ਤੁਸੀਂ ਆਪਣੇ ਜੀਵਨ ਦੇ ਮਾਸਟਰਪੀਸ ਹੋ। ਤੁਸੀਂ ਆਪਣੇ ਜੀਵਨ ਦੇ ਮਾਈਕਲ ਐਂਜਲੋ ਹੋ। ਤੁਸੀਂ ਜਿਸ ਡੇਵਿਡ ਦੀ ਮੂਰਤੀ ਬਣਾ ਰਹੇ ਹੋ ਉਹ ਤੁਸੀਂ ਆਪ ਹੋ। ਆਪਣੇ ਮਸਤਿਸ਼ਕ ਤੇ ਜਿੱਤ ਪਾਉਣ ਦਾ ਇੱਕ ਤਰੀਕਾ ਆਪਣੇ ਦਿਮਾਗ ਨੂੰ ਸ਼ਾਂਤ ਰੱਖਣਾ ਸਿੱਖਣਾ। ਇਸ ਕਿਤਾਬ ਦਾ ਹਰ ਇੱਕ ਟੀਚਰ ਹਰ ਦਿਨ ਸਾਧਨਾ ਕਰਦਾ ਹੈ। ਜਦੋਂ ਤੱਕ ਮੈਂ ਰਹੱਸ ਨਹੀਂ ਖੋਜਿਆ ਸੀ ਉਦੋਂ ਤੱਕ ਮੈਨੂੰ ਇਹ ਅਹਿਸਾਸ ਹੀ ਨਹੀਂ ਸੀ ਕਿ ਸਾਧਨਾ ਵਿੱਚ ਕਿੰਨੀ ਸ਼ਕਤੀ ਹੁੰਦੀ ਹੈ। ਸਾਧਨਾ ਮਸਤਿਸ਼ਕ ਨੂੰ ਸ਼ਾਂਤ ਕਰ ਦਿੰਦੀ ਹੈ, ਵਿਚਾਰਾਂ ਨੂੰ ਕਾਬੂ ਕਰਨ 'ਚ ਮਦਦ ਕਰਦੀ ਹੈ, ਸਰੀਰ 'ਚ ਫੁਰਤੀ ਭਰ ਦਿੰਦੀ ਹੈ। ਚੰਗੀ ਖਬਰ ਇਹ ਹੈ ਕਿ ਤੁਹਾਨੂੰ ਘੰਟੇ-ਬੱਧੀ ਸਾਧਨਾ ਕਰਨ ਦੀ ਲੋੜ ਨਹੀਂ। ਆਰੰਭ ਵਿੱਚ ਬਸ 3 ਤੋਂ 10 ਮਿੰਟ ਹੀ ਕਾਫੀ ਹਨ। ਇੰਨੇ ਨਾਲ ਹੀ ਤੁਹਾਨੂੰ ਵਿਚਾਰਾਂ 'ਤੇ ਕਾਬੂ ਕਰਨ ਦੀ ਨਾ ਭਰੋਸੇਯੋਗ ਸ਼ਕਤੀ ਮਿਲ ਸਕਦੀ ਹੈ। ਆਪਣੇ ਵਿਚਾਰਾਂ ਬਾਰੇ ਸੁਚੇਤ ਰਹਿਣ ਲਈ ਤੁਸੀਂ ਇਹ ਸੰਕਲਪ ਵੀ ਕਰ ਸਕਦੇ ਹੋ, ਮੈਂ ਆਪਣੇ ਵਿਚਾਰਾਂ ਦਾ ਮਾਲਿਕ ਹਾਂ। ਇਸ ਨੂੰ ਵਾਰ-ਵਾਰ ਦੁਹਰਾਓ ਅਤੇ ਇਸ 'ਤੇ ਚਿੰਤਨ ਕਰੋ। ਤੁਸੀਂ ਇਸ ਵਿਕਲਪ ਨੂੰ ਵਾਰ-ਵਾਰ ਦੁਹਰਾਉਂਦੇ ਹੋ ਤਾਂ ਆਕਰਸ਼ਣ ਦੀ ਨਿਯਮ ਦੁਆਰਾ ਤੁਸੀਂ ਸੱਚਮੁੱਚ ਇੰਜ ਦੇ ਬਣ ਜਾਂਦੇ ਹੋ। ਤੁਹਾਨੂੰ ਹੁਣ ਉਹ ਗਿਆਨ ਮਿਲ ਰਿਹਾ ਹੈ ਜਿਸ ਨਾਲ ਤੁਸੀਂ ਆਪਣਾ ਸਭ ਤੋਂ ਵਧੀਆ ਸੰਸਕਰਣ ਬਣਾ ਸਕਦੇ ਹੋ। ਤੁਹਾਡੇ ਉਸ ਸਭ ਤੋਂ ਵਧੀਆ ਸੰਸਕਰਣ ਦੀ ਸੰਭਾਵਨਾ ਪਹਿਲੇ ਤੋਂ ਹੀ ਤੁਹਾਡੇ ਸਭ ਤੋਂ ਸ਼ਾਨਦਾਰ ਸੰਸਕਰਣ ਦੀ ਫ੍ਰੀਕੁਐਂਸੀ 'ਤੇ ਮੌਜੂਦ ਹੈ। ਨਿਰਣੇ ਕਰੋ ਕਿ ਤੁਸੀਂ ਕੀ ਬਣਨਾ, ਕਰਨਾ ਜਾਂ ਪਾਣਾ ਚਾਹੁੰਦੇ ਹੋ। ਇਸ ਦੇ ਵਿਚਾਰ ਸੋਚੋ ਅਤੇ ਫ੍ਰੀਕੁਐਂਸੀ ਭੇਜੋ। ਤੁਹਾਡਾ ਸੁਪਨਾ ਸਾਕਾਰ ਹੋ ਜਾਵੇਗਾ। ਰਹੱਸ ਦੇ ਕੁਝ ਸੰਖੇਪ ਸ਼ਬਦ। ਆਕਰਸ਼ਣ ਦਾ ਨਿਯਮ ਜੀਵਨ ਦਾ ਮਹਾਨ ਰਹੱਸ ਹੈ। ਆਕਰਸ਼ਣ ਦਾ ਨਿਯਮ ਕਹਿੰਦਾ ਹੈ ਕਿ ਸਮਾਨ ਚੀਜ਼ਾਂ ਨੂੰ ਆਕਰਸ਼ਿਤ ਕਰਦੀਆਂ ਹਨ। ਇਸ ਲਈ ਜਦੋਂ ਤੁਸੀਂ ਇੱਕ ਵਿਚਾਰ ਸੋਚਦੇ ਹੋ ਤਾਂ ਤੁਸੀਂ ਉਸੇ ਵਰਗੇ ਹੋਰ ਵਿਚਾਰਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਹੋ। ਵਿਚਾਰ ਚੁੰਬਕੀ ਹਨ ਤੇ ਹਰ ਵਿਚਾਰ ਦੀ ਇੱਕ ਫ੍ਰੀਕੁਐਂਸੀ ਹੁੰਦੀ ਹੈ। ਜਦੋਂ ਤੁਹਾਡੇ ਮਨ 'ਚ ਵਿਚਾਰ ਆਉਂਦੇ ਹਨ ਤਾਂ ਉਹ ਬ੍ਰਹਿਮੰਡ ਵਿੱਚ ਪਹੁੰਚਦੇ ਹਨ ਤੇ ਚੁੰਬਕ ਵਾਂਗ ਉਸੇ ਫ੍ਰੀਕੁਐਂਸੀ ਸਰੋਤ ਤੱਕ ਯਾਨੀ ਤੁਹਾਡੇ ਤੱਕ ਵਾਪਸ ਆਉਂਦੇ ਹਨ। ਤੁਸੀਂ ਮਾਨਵੀ ਟਰਾਂਸਮਿਸ਼ਨ ਟਾਵਰ ਵਾਂਗ ਹੋ ਤੇ ਆਪਣੇ ਵਿਚਾਰਾਂ ਨਾਲ ਫ੍ਰੀਕੁਐਂਸੀ ਪ੍ਰਸਾਰਿਤ ਕਰ ਰਹੇ ਹੋ। ਜੇਕਰ ਤੁਸੀਂ ਆਪਣੀ ਜ਼ਿੰਦਗੀ 'ਚ ਕੋਈ ਚੀਜ਼ ਬਦਲਣਾ ਚਾਹੁੰਦੇ ਹੋ ਤਾਂ ਆਪਣੇ ਵਿਚਾਰ ਬਦਲ ਕੇ ਫ੍ਰੀਕੁਐਂਸੀ ਬਦਲ ਲਵੋ। ਤੁਹਾਡੇ ਵਰਤਮਾਨ ਵਿਚਾਰ ਤੁਹਾਡੇ ਭਾਵੀ ਜੀਵਨ ਦਾ ਨਿਰਮਾਣ ਕਰ ਰਹੇ ਹਨ। ਤੁਸੀਂ ਜਿਸ ਬਾਰੇ ਸਭ ਤੋਂ ਜ਼ਿਆਦਾ ਸੋਚਦੇ ਹੋ ਜਾਂ ਜਿਸ ਤੇ ਸਭ ਤੋਂ ਜ਼ਿਆਦਾ ਧਿਆਨ ਕੇਂਦਰਿਤ ਕਰਦੇ ਹੋ ਉਹ ਤੁਹਾਡੀ ਜ਼ਿੰਦਗੀ ਵਿੱਚ ਪ੍ਰਗਟ ਹੋ ਜਾਵੇਗੀ। ਤੁਹਾਡੇ ਵਿਚਾਰ ਵਸਤੂ ਬਣ ਜਾਂਦੇ ਹਨ।